ਇਹ ਤੁਸੀਂ ਗੱਲ ਕਹਿ ਰਹੇ ਹੋ, ਪਰ ਜਿਨ੍ਹਾਂ ਨੂੰ ਤਲਬ ਕੀਤਾ ਜਾਂਦਾ ਬੁਲਾਉਂਦੇ ਨੇ ਫਿਰ ਕਿ ਉਹ ਜਾਣ ਕੇ ਨਾ ਜਾਣ, ਕਿ ਬਾਕੀ ਲੋਕ ਉਮੀਦ ਰੱਖਣ ਜਥੇਦਾਰ ਸਾਹਿਬ ਕੋਲ ਕਿ ਨਹੀਂ। ਇਹ ਤੁਹਾਡੇ ਸ਼ਬਦ ਆ ਗਏ। ਦੇਖੋ, ਮੈਂ ਜੋ ਕੁਝ ਕਹਿਣਾ ਮੈਂ ਫਰਾਗ ਦਿਲੀ ਨਾਲ ਕਹਿਣਾ, ਜੇ ਇਹ ਜਥੇਦਾਰ ਹੈ ਤਾਂ ਮੈਨੂੰ ਸੱਦੇ, ਮੈਨੂੰ ਸੱਦ ਲਵੇ। ਸਭ ਤੋਂ ਪਹਿਲਾਂ ਮੈਨੂੰ ਸੱਦੇ, ਕਿਉਂਕਿ ਸਭ ਤੋਂ ਜ਼ਿਆਦਾ ਮੈਂ ਬੋਲਿਆ ਬਾਦਲ ਦੇ ਖਿਲਾਫ, ਇਸ ਗਿਆਨੀ ਦੇ ਖਿਲਾਫ ਮੈਂ ਬੋਲਿਆ। ਜੇ ਇਹਦੇ ਵਿੱਚ ਕੋਈ ਕਣੀ ਆ, ਇਹ ਵਾਕਿਆ ਹੀ ਪੰਜਾਂ ਪਿਆਰਿਆਂ ਦਾ ਹਿੱਸਾ ਇੱਕ ਜਥੇਦਾਰ ਆ ਅਕਾਲ ਤਖਤ ਦਾ, ਤੇ ਮੈਨੂੰ ਸੱਦੇ, ਮੈਂ ਜਾਊਂਗਾ। ਪ੍ਰਕਾਸ਼ ਸਿੰਘ ਬਾਦਲ ਦੇ ਬਣਾਏ ਕਿਸੇ ਜਥੇਦਾਰ ਨੂੰ ਜਥੇਦਾਰ ਨਹੀਂ ਮੰਨਦਾ। ਇਹ ਸਿਧਾਂਤ ਆ ਗੁਰੂ ਸਾਹਿਬ ਜੀ ਦਾ। ਪੰਜ ਪਿਆਰੇ ਜਦੋਂ ਸਾਜੇ ਸੀ ਉਦੋਂ ਤਲਵਾਰ ਦੀ ਧਾਰ ਤੇ ਪਰਖ ਕੇ ਸਾਜੇ ਸੀ। ਤੋ ਅੱਜ ਇੱਕ ਚਾਪਲੂਸ ਕਿਸਮ ਦਾ ਬੰਦਾ ਲਿਆ ਕੇ ਬਿਠਾ ਦੇਵੇ ਬਾਦਲ, ਤੇ ਉਹਨੂੰ ਅਸੀਂ ਕਿਵੇਂ ਸਵੀਕਾਰ ਕਰ ਸਕਦੇ ਹਾਂ? ਇਹ ਪੰਜਾਂ ਪਿਆਰਿਆਂ ਦਾ ਇੱਕ ਸ਼੍ਰੋਮਣੀ ਜਾਂ ਉਹਨਾਂ ਦਾ ਸਪੋਕਸਮੈਨ ਕਿਹਾ ਜਾ ਸਕਦਾ ਹੈ ਜਿਹੜਾ ਜਥੇਦਾਰ ਹੈ। ਜਥੇਦਾਰ ਨੂੰ ਪਹਿਲੀ ਗੱਲ ਤੇ ਅਸੀਂ ਜਥੇਦਾਰ ਮੰਨਦੇ ਨਹੀਂ। ਜਥੇਦਾਰ ਦੇ ਸ਼ਬਦ ਨੂੰ ਜਥੇਦਾਰ ਮੰਨਦੇ ਹੋ ਤੁਸੀਂ? ਸਤਿਕਾਰ ਕਰਨਾ ਇਸ ਸ਼ਬਦ ਨੂੰ? ਨਹੀਂ ਜੀ, ਸ਼ਬਦ ਤੇ ਹਸਤੀ ਜਿਹੜੀ ਆ, ਦੋ ਵੱਖ-ਵੱਖ ਗੱਲਾਂ ਉਦੋਂ ਹੀ ਹੁੰਦੀਆਂ ਜਦੋਂ ਕਿਰਦਾਰ ਹੀ ਨਾ ਰਹੇ ਬੰਦੇ ਦਾ। ਕਾਹਦਾ ਜਥੇਦਾਰ ਉਹ? ਇਹ ਕਾਹਦਾ ਜਥੇਦਾਰ? ਮੈਂ ਤੁਹਾਨੂੰ ਕਹਿ ਰਿਹਾ, ਉਹਨੂੰ ਮੈਂ 50 ਵਾਰੀ ਉਲਟਾ ਬੋਲਿਆ, ਮੈਨੂੰ ਸੱਦੇ ਅਕਾਲ ਤਖਤ ਤੇ ਜਥੇਦਾਰਿਆਂ ਤੇ। ਜਥੇਦਾਰ ਸੱਦੇ ਮੈਨੂੰ ਅਕਾਲ ਤਖਤ ਤੇ। ਇਹ ਬਾਦਲ ਦਾ ਜਥੇਦਾਰ ਹੈ। ਬਾਦਲ ਜਿਸ ਤਰ੍ਹਾਂ ਬਣਾਉਂਦਾ ਉਸ ਤਰ੍ਹਾਂ ਹੀ ਬੋਲਦਾ। ਨਾ ਬਾਦਲ ਜਵਾਬ ਦੇ ਸਕਿਆ, ਨਾ ਇਹ ਦੇ ਸਕਦਾ। ਚੋਣਾਂ ਨਾ ਹੋਣ ਦੇ ਕਾਰਨ ਜੋ ਤੁਸੀਂ ਹੁਣ ਜ਼ਿਕਰ ਕਰ ਰਹੇ ਹੋ ਕਿ ਬਾਦਲ ਪਰਿਵਾਰ ਦੇ ਜਥੇਦਾਰ ਤੇ ਕਾਬਜ਼ ਹੈਗੇ ਨੇ ਜਾਂ ਐਸਜੀਪੀਸੀ ਦੇ ਕਾਬਜ਼ ਹੈਗੇ ਨੇ, ਪੰਜਾਬ 'ਚ ਕੀ ਫਿਰ ਨੁਕਸਾਨ ਹੋਇਆ? ਤੁਸੀਂ ਨੁਕਸਾਨ ਵੀ ਨਾਲ ਦੱਸੋ ਵੀ ਪੰਜਾਬ 'ਚ ਕੀ ਨੁਕਸਾਨ ਹੈ। ਪੰਜਾਬ ਦੇ ਵਿੱਚ ਇੱਕ ਨੁਕਸਾਨ ਇਹ ਹੋਇਆ ਕਿ ਜਿਸ ਤਰ੍ਹਾਂ ਹੁਣ ਇਲੈਕਸ਼ਨ ਹੋ ਰਹੇ, ਜਦੋਂ ਵੀ ਹੁੰਦੇ ਨੇ ਐਸਜੀਪੀਸੀ ਦੇ, ਵਿਧਾਨ ਸਭਾ ਦੇ, ਲੋਕ ਸਭਾ ਦੇ, ਬਲਾਕ ਸੰਮਤੀਆਂ ਦੇ, ਇੱਕ ਸਰਪੰਚੀ ਦੇ, ਤੇ ਪ੍ਰਕਾਸ਼ ਸਿੰਘ ਬਾਦਲ ਇਤਿਹਾਸਕ ਗੁਰਦੁਆਰਿਆਂ ਦੇ ਲੰਗਰ ਜਿਹੜੇ ਆ ਇਹ ਇਲੈਕਸ਼ਨਾਂ ਲਈ ਵਰਤਦਾ, ਆਪਣੇ ਵਰਕਰਾਂ ਲਈ ਵਰਤਦਾ। ਤੋ ਉਹਦਾ ਸਰਮਾਇਆ ਵਰਤਦਾ, ਉਹਦੇ ਸਰੋਪੇ ਵਰਤਦਾ, ਉਹਦੇ ਇਸ਼ਤਿਹਾਰਾਂ ਲਈ ਪ੍ਰੈਸ ਵਰਤਦਾ, ਉਹਦੀਆਂ ਗੱਡੀਆਂ ਵਰਤਦਾ, ਉਹਦੇ 20,000 ਮੁਲਾਜ਼ਮ ਵਰਤਦਾ। ਇਹ ਸਭ ਤੋਂ ਵੱਡਾ ਨੁਕਸਾਨ ਹੈ। ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਇਹਨਾਂ ਬੋਲਣ ਦੇ ਨਾਲ ਲੱਗਦਾ ਤੁਸੀਂ ਜਥੇਦਾਰ ਬਣ ਜਾਓਗੇ ਜਾਂ ਤੁਸੀਂ ਜਿੱਤ ਜਾਓਗੇ ਚੋਣਾਂ ਦੇ ਵਿੱਚ? ਜਥੇਦਾਰ ਬਣਨ ਦਾ ਦਾਅਵਾ ਕਦੋਂ ਕੀਤਾ? ਜਥੇਦਾਰ ਬਣਾਉਣਾ ਮੈਨੂੰ ਕੌਮ ਨੇ ਬਣਾਉਣਾ। ਨਾ ਬਾਦਲ ਦੀ ਹਿੰਮਤ ਆ ਰੋਕਣ ਦੀ, ਨਾ ਕਿਸੇ ਹੋਰ ਦੀ। ਉਹਦੀ ਕੋਸ਼ਿਸ਼ ਆ ਵੀ ਮੈਂ ਇਹ ਅਕਾਲੀ ਦਲ ਦੀ ਫੀਲਡ ਨਹੀਂ ਛੱਡਣੀ, ਇਹਦਾ ਤੇ ਕਬਜ਼ਾ ਨਹੀਂ ਛੱਡਣਾ। ਤੋ ਉਹਨੂੰ ਲੋਕ ਤੇ ਪਸੰਦ ਨਹੀਂ ਕਰਦੇ, ਲੋਕ ਤੇ ਪਾਥੀਆਂ ਮਾਰਦੇ ਨੇ। ਉਹ ਹਮੇਸ਼ਾ ਇਸ ਤਾਕ ਦੇ ਵਿੱਚ ਰਿਹਾ ਕਿ ਇਹਨਾਂ ਗਿਆਨੀਆਂ ਨੂੰ ਵਰਤ ਕੇ ਅਕਾਲ ਤਖਤ ਦੇ ਥਰੂ ਉੱਭਰਿਆ ਜਾਵੇ, ਲੋਕਾਂ ਨੂੰ ਬੇਵਕੂਫ ਬਣਾ ਕੇ ਕਿ ਆਓ ਅਕਾਲ ਤਖਤ ਤੁਹਾਡਾ, ਇੱਥੇ ਇਕੱਠੇ ਹੋ, ਇੱਥੇ ਮਸਲੇ ਵਿਚਾਰੀਏ, ਇੱਥੇ ਐਂ ਕਰੀਏ। ਉਦੋਂ ਬਾਅਦ ਹੋਊਗਾ ਕੀ ਇਹ ਨਹੀਂ ਦੱਸਦਾ। ਉਹ ਸਿਖਾਇਆ ਤਿੱਤਰ ਆ ਬਾਦਲ ਦਾ, ਜਿਵੇਂ ਉਹ ਬੁਲਾਉਂਦਾ ਉਵੇਂ ਬੋਲਦਾ, ਦਿਹਾੜੀ ਲੈਂਦਾ, ਦਿਹਾੜੀ ਲੈ ਕੇ ਕੰਮ ਕਰਦਾ। ਉਹਦੀ ਕੋਈ ਵਜੂਦ ਨਹੀਂ, ਉਹਦੀ ਕੋਈ ਹੋਂਦ ਨਹੀਂ। ਜਦੋਂ ਕੋਈ ਵੀ ਸਿੱਖਾਂ ਦੇ ਇੱਥੇ ਕੋਈ ਵਿਤਕਰਾ ਹੁੰਦਾ ਜਾਂ ਕੁਝ ਵੀ ਇਨਸਾਫ ਨਹੀਂ ਮਿਲਦਾ, ਆਸ ਹੁੰਦੀ ਹੈ ਜਥੇਦਾਰ ਸਾਹਿਬ ਉੱਤੇ ਵੀ ਸ਼ਾਇਦ ਉਹਨਾਂ ਕੋਲ ਜਾਈਏ, ਸਾਨੂੰ ਕੋਈ ਇਨਸਾਫ ਮਿਲ ਜੂਗਾ। ਜਿਹੜੇ ਇਨਸਾਫ ਨਹੀਂ ਮਿਲ ਪਾਈ, ਬਰਗਾੜੀ ਕਾਂਡ ਵੀ ਹੈਗਾ, ਬਾਈਬਲ ਕਲਾਂ ਗੋਲੀ ਵੀ ਚੱਲਦੀ, ਉੱਥੇ ਜਾ ਕੇ ਇਨਸਾਫ ਦੀ ਗੱਲ ਹੋਊਗੀ। ਕਿੱਦਾਂ ਇਹਨਾਂ ਨੂੰ ਜਾ ਕੇ ਤੁਸੀਂ ਜਸਟਿਸ ਦਵਾ ਪਾਓਗੇ? ਇਹ ਜਿਹੜਾ ਤੁਸੀਂ ਦੱਸਿਆ ਨਾ ਕਿ ਸਿੱਖਾਂ 'ਤੇ ਜਦੋਂ ਜ਼ੁਲਮ ਹੁੰਦਾ, ਉਦੋਂ ਇਹ ਜਥੇਦਾਰ, ਇਹ ਗਿਆਨੀ ਨਹੀਂ ਬੋਲਦੇ, ਪਰ ਜਦੋਂ ਹਾਰ ਜਾਂਦਾ ਸਾਰਾ ਟੱਬਰ, ਤੈਨੂੰ ਸਭ ਤੋਂ ਪਹਿਲਾਂ ਇਹਨੂੰ ਢਿੱਡ ਪੀੜ ਹੁੰਦੀ ਹੈ ਇਸ ਗਿਆਨੀ ਨੂੰ। ਇਹ ਕਹਿੰਦਾ ਅਕਾਲੀ ਦਲ ਖਤਮ ਹੋ ਗਿਆ। ਵੀ ਜਦੋਂ ਸਾਡੀ ਕੌਮ ਜਿਹੜੀ ਆ ਰਾਹ ਰੋਕ ਕੇ ਬੈਠੀ ਸੀ, ਗੁਰੂ ਗ੍ਰੰਥ ਸਾਹਿਬ ਦੀ ਪੱਤ ਰੁਲ ਗਈ, ਬੱਚੇ ਗੋਲੀਆਂ ਨਾਲ ਸ਼ਹੀਦ ਕਰਤੇ ਜਿਹੜੇ ਬੈਠੇ, ਉਦੋਂ ਰਾਜ ਬਾਦਲ ਦਾ ਸੀਗਾ, ਅਕਾਲੀ ਦਲ ਦਾ ਸੀਗਾ। ਉਦੋਂ ਤੂੰ ਕਿੱਥੇ ਮਰਿਆ ਸੀ? ਉਦੋਂ ਤੇਰੇ ਜ਼ੁਬਾਨ ਤੇ ਸੱਪ ਕਿਉਂ ਲੜ ਗਿਆ? ਉਦੋਂ ਤੂੰ ਕਿਉਂ ਨਹੀਂ ਬੋਲਿਆ? ਅੱਛਾ ਭਾਈ ਸਾਹਿਬ, ਜੋ ਤੁਹਾਡੇ ਮੈਂਬਰ ਹੋਣਗੇ, ਕੀ ਉਹ ਸਿਆਸੀ ਪਾਰਟੀ ਵਿੱਚ ਕਿਸੇ ਨੂੰ ਲਾਓਗੇ ਜਾਂ ਤੁਸੀਂ ਕਦੀ ਵੀ ਸਿਆਸਤ ਵਾਲੇ ਪਾਸੇ ਜਾਓਗੇ? ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਐਸਜੀਪੀਸੀ ਹਮੇਸ਼ਾ ਇਸ ਉੱਪਰ ਲੱਗਦਾ ਰਿਹਾ ਵੀ ਦੋਨੋਂ ਦੀ ਧਿਰਾਂ ਕਾਬਜ਼ ਹੈਗੀਆਂ ਨੇ, ਇਸ ਨੂੰ ਅਲੱਗ-ਅਲੱਗ ਹੋਣਾ ਚਾਹੀਦਾ, ਧਰਮ ਅਲੱਗ ਤੇ ਸਿਆਸਤ ਅਲੱਗ। ਪ੍ਰਬੰਧਕ ਕਮੇਟੀ ਦੇ ਵਿੱਚ ਕਿਸੇ ਵੀ ਪੋਲੀਟੀਕਲ ਬੰਦੇ ਨੂੰ ਐਂਟਰ ਨਹੀਂ ਹੋਣ ਦਿਆਂਗੇ, ਪਹਿਲੀ ਗੱਲ। ਦੂਸਰਾ, ਹਰੇਕ ਸਿੱਖ ਭਾਵੇਂ ਕਿਸੇ ਪਾਰਟੀ ਨਾਲ ਸੰਬੰਧਿਤ ਹੋਵੇ, ਆਮ ਆਦਮੀ ਨਾਲ ਹੋਵੇ, ਖਾਸ ਆਦਮੀ ਨਾਲ ਹੋਵੇ, ਭਾਜਪਾ ਨਾਲ ਹੋਵੇ, ਕਾਮਰੇਡ ਹੋਵੇ, ਬਸਪਾ ਨਾਲ ਹੋਵੇ, ਅਕਾਲੀ ਦਲ ਨਾਲ ਹੋਵੇ, ਕਾਂਗਰਸ ਨਾਲ ਹੋਵੇ, ਅਸੀਂ ਹਰੇਕ ਸਿੱਖ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਆਪਣੀ ਚੁਆਇਸ ਦੀਆਂ ਪਾਰਟੀਆਂ 'ਚ ਜਾ ਰਹੇ ਹੋ, ਆਪਣੀ ਮਰਜ਼ੀ ਅਨੁਸਾਰ ਜਾ ਰਹੇ ਹੋ, ਆਪਣੀਆਂ ਲੋੜਾਂ ਪੂਰੀਆਂ ਕਰਨ ਜਾ ਰਹੇ ਹੋ, ਪਰ ਤੁਸੀਂ ਉਹਦੇ ਬਾਵਜੂਦ ਆਪਣਾ ਸਰੂਪ ਨਹੀਂ ਬਦਲਿਆ, ਧਰਮ ਨਹੀਂ ਬਦਲਿਆ। ਧਰਮ ਤੁਸੀਂ ਆਪਣਾ ਇੱਕੋ ਰੱਖਿਆ। ਤੁਹਾਡਾ ਮੱਥਾ ਗੁਰੂ ਨਾਨਕ ਦੇ ਅੱਗੇ ਟਿਕਦਾ, ਗੁਰੂ ਗ੍ਰੰਥ ਸਾਹਿਬ ਅੱਗੇ ਟਿਕਦਾ। ਉਸ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਸੰਭਾਲਣ ਲਈ ਧਾਰਮਿਕ ਵੋਟ ਸਾਨੂੰ ਦੇ ਦਿਓ, ਤੇ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦਾ ਕਿ ਮੈਂ ਉੱਥੇ ਰਾਜਨੀਤੀ ਨਾ ਕਰੂੰਗਾ, ਨਾ ਹੋਣ ਦਊਂਗਾ।
ਤੁਸੀਂ ਜਥੇਦਾਰ ਰਹੇ ਹੋ, ਜਦੋਂ ਤਨਖਾਹ ਦੀ ਗੱਲ ਆਉਂਦੀ ਹੈ ਕਿ ਤੁਸੀਂ ਤਨਖਾਹ ਲਈ ਸੀ ਕਿ ਛੱਡੀ ਸੀ? ਮੈਂ ਕੋਈ ਮੈਨੂੰ ਸਾਬਤ ਕਰ ਦੇਵੇ ਕਿ ਮੈਂ ਇੱਕ ਨਿੱਕਾ ਪੈਸਾ ਮੇਰੇ ਅਕਾਊਂਟ 'ਚ ਇਸ ਕਮੇਟੀ ਦਾ ਆਇਆ ਹੋਵੇ ਜਾਂ ਮੈਂ ਕੈਸ਼ ਲਿਆ ਹੋਵੇ, ਰਸੀਦ ਦਿੱਤੀ ਹੋਵੇ, ਤੇ ਮੇਰੀ ਗਰਦਨ ਤੇ ਕੌਮ ਦੀ ਤਲਵਾਰ, ਇਹ ਤੋਂ ਵੱਡੀ ਕੋਈ ਗੱਲ ਨਹੀਂ ਹੁੰਦੀ। ਮੈਂ ਕੋਈ ਤਨਖਾਹ ਨਹੀਂ ਲਈ, ਔਰ ਜਥੇਦਾਰ ਹੋ ਕੇ ਤਨਖਾਹ ਲੈਣੀ ਹੈ ਤੇ ਜਥੇਦਾਰ ਨਹੀਂ ਬਣਨਾ ਚਾਹੀਦਾ, ਮੁੱਖ ਦੀ ਗੱਲ ਹੈ। ਵਿਧਾਨ ਸਭਾ ਦੀਆਂ ਚੋਣਾਂ ਜਾ ਚੁੱਕੀਆਂ ਨੇ, ਆਮ ਆਦਮੀ ਪਾਰਟੀ ਸੱਤਾ ਵਿੱਚ ਆ ਚੁੱਕੀ ਹੈ। ਦੂਸਰੇ ਪਾਸੇ ਐਸਜੀਪੀਸੀ ਦੀਆਂ ਚੋਣਾਂ ਜੋ ਕਿ 2011 ਤੋਂ ਬਾਅਦ ਨਹੀਂ ਹੋਈਆਂ, ਅਲੱਗ-ਅਲੱਗ ਵਿਚਾਰ ਆਉਂਦੇ ਨੇ, ਕਿਉਂ ਨਹੀਂ ਹੋ ਰਹੀਆਂ? ਇੱਕ ਅਹਿਮ ਸਵਾਲ ਹੁੰਦਾ ਕਿਉਂਕਿ ਸੰਨ 47 ਤੋਂ ਪਹਿਲਾਂ ਕਾਨੂੰਨ ਬਣਿਆ, ਕਾਨੂੰਨ ਦੇ ਦਾਇਰੇ ਦੇ ਵਿੱਚ ਚੋਣਾਂ ਹੋਣ ਲੱਗ ਪਈਆਂ। ਉਸ ਤੋਂ ਬਾਅਦ ਕਈ ਬੁੱਧੀਜੀਵੀ ਜਾਂ ਕਈ ਲੋਕ ਕਹਿਣ ਲੱਗ ਪਏ ਵੀ ਇਸ ਨੂੰ ਬਦਲਣਾ ਚਾਹੀਦਾ, ਇਸ ਸੰਵਿਧਾਨ ਨੂੰ ਬਦਲਣਾ ਚਾਹੀਦਾ, ਇਸ ਚੋਣ ਦੀ ਪ੍ਰਕਿਰਿਆ ਨੂੰ ਬਦਲਣਾ ਚਾਹੀਦਾ। ਤੇ ਦੂਸਰੇ ਪਾਸੇ ਚੋਣਾਂ ਨਾ ਹੋਣ ਦੀ ਵਜ੍ਹਾ ਕੀ ਹੈ? ਉਹ ਸਭ ਤੋਂ ਅਹਿਮ ਸਵਾਲ ਹੁੰਦਾ ਕਿ ਇੰਨੇ ਲੰਬੇ ਸਮੇਂ ਤੋਂ ਜੇ ਚੋਣਾਂ ਨਹੀਂ ਹੋ ਰਹੀਆਂ, ਜੇ ਅੱਜ ਜਿਹੜੇ ਮੈਂਬਰ ਜਿੱਤੇ ਸੀ ਐਸਜੀਪੀਸੀ ਦੇ ਉੱਤੇ, ਜੇ ਉਹੀ ਮੈਂਬਰ ਉਸ ਉੱਪਰ ਕਾਬਜ਼ ਨੇ, ਕਿ ਬਾਕੀਆਂ ਨੂੰ ਮੌਕਾ ਮਿਲੂਗਾ? ਲਗਾਤਾਰ ਇਸ ਚੀਜ਼ ਨੂੰ ਲੈ ਕੇ ਅਲੱਗ-ਅਲੱਗ ਜਥੇਦਾਰ ਪ੍ਰਚਾਰ ਵੀ ਕਰਦੇ ਆਏ, ਆਪਦੀ ਗੱਲ ਵੀ ਰੱਖਦੇ ਆਏ ਵੀ ਕਿਉਂ ਨਹੀਂ ਇਹ ਚੋਣਾਂ ਹੋ ਰਹੀਆਂ। ਦੋ ਸੰਵਿਧਾਨ ਹੇਠਾਂ ਸ਼੍ਰੋਮਣੀ ਅਕਾਲੀ ਦਲ ਇੱਕ ਪਾਸੇ ਸਿਆਸਤ ਤੇ ਦੂਸਰੇ ਪਾਸੇ ਧਾਰਮਿਕ, ਇਸ ਉੱਪਰ ਜਾ ਕੇ ਚੋਣਾਂ ਲੜ ਸਕਦੀ ਹੈ। ਇਸ ਉੱਪਰ ਵੀ ਚਰਚਾ ਕਰਾਂਗੇ ਆਪਾਂ ਐਸਜੀਪੀਸੀ ਦੀਆਂ ਚੋਣਾਂ ਨੂੰ ਲੈ ਕੇ। ਸਾਡੇ ਨਾਲ ਮੌਜੂਦ ਨੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ। ਭਾਈ ਸਾਹਿਬ, ਵਾਹਿ ਖਾਲਸਾ ਵਾਹਿ ਫਤਿਹ। ਵਾਹਿ ਖਾਲਸਾ ਵਾਹਿ ਫਤਿਹ। ਭਾਈ ਸਾਹਿਬ, ਪਹਿਲਾਂ ਮੇਰਾ ਸਵਾਲ ਇਹ ਹੈ ਕਿ ਐਸਜੀਪੀਸੀ ਦੀਆਂ ਚੋਣਾਂ ਨਹੀਂ ਹੋਈਆਂ 2011 ਤੋਂ ਬਾਅਦ, ਉੱਥੇ ਲਗਾਮ ਲੱਗੀ ਹੋਈ ਹੈ, ਉਹ ਕਿਹਾ ਜਾਂਦਾ ਵੀ ਕੇਂਦਰ ਸਰਕਾਰ ਨੇ ਕਰਨੀਆਂ ਨੇ। ਸੰਨ 47 ਤੋਂ ਪਹਿਲਾਂ ਇੱਕ ਕਾਨੂੰਨ ਬਣਦਾ ਹੈ, ਉਸ ਤੋਂ ਬਾਅਦ ਕੀ ਲੱਗਦਾ ਵੀ ਉਹੀ ਕਾਨੂੰਨ ਰਹਿਣਾ ਚਾਹੀਦਾ, ਉਸੇ ਤਹਿਤ ਹੀ ਚੋਣਾਂ ਹੋਣੀਆਂ ਚਾਹੀਦੀਆਂ ਨੇ, ਜਾਂ ਇਸ ਕਾਨੂੰਨ ਦੇ ਵਿੱਚ ਕੋਈ ਬਦਲਾਅ ਵੀ ਹੋਣਾ ਚਾਹੀਦਾ? ਬਦਲਾਅ ਇਸ ਤਰ੍ਹਾਂ ਹੋਣਾ ਚਾਹੀਦਾ ਜਿਸ ਤਰ੍ਹਾਂ ਲੋਕ ਸਭਾ ਦੀ ਡੇਟ ਨਿਕਲ ਜਾਂਦੀ ਹੈ ਤੇ ਅਗਲੇ ਦਿਨ ਰਾਸ਼ਟਰਪਤੀ ਰਾਜ ਲਾਗੂ ਹੁੰਦਾ, ਵਿਧਾਨ ਸਭਾ ਦੀ ਡੇਟ ਨਿਕਲ ਜਾਂਦੀ ਤੇ ਅਗਲੇ ਦਿਨ ਰਾਸ਼ਟਰਪਤੀ ਰਾਜ ਲਾਗੂ ਹੁੰਦਾ। ਹੋਣਾ ਇਹ ਚਾਹੀਦਾ, ਲੇਕਿਨ 17 18 ਸਾਲ ਤੱਕ ਇਲੈਕਸ਼ਨ ਨਾ ਹੋਣ, ਇਹ ਇੱਕ ਸੰਸਥਾ ਨਾਲ ਮਜ਼ਾਕ ਆ, ਜਿਹੜੀ ਸੰਸਥਾ ਨੂੰ ਅੰਗਰੇਜ਼ ਗੌਰਮੈਂਟ ਨੇ ਸਭ ਤੋਂ ਪਹਿਲਾਂ ਵੋਟ ਪਾਉਣ ਦਾ ਅਧਿਕਾਰ ਦਿੱਤਾ ਸੀ ਹਿੰਦੁਸਤਾਨ ਦੇ ਵਿੱਚ। ਇਹ ਪ੍ਰਬੰਧਕ ਕਮੇਟੀ ਜਿਹੜੀ ਆ, ਅੱਜ ਤੱਕ ਮੈਂ ਜੋ ਨੋਟ ਕੀਤਾ ਹੈ, ਉਹਨੂੰ ਸੈਂਟਰ ਸਰਕਾਰ ਨੇ ਇਸ ਕਰਕੇ ਵਰਤਿਆ ਕਿ ਐਸਜੀਪੀਸੀ ਦੇ ਥਰੂ ਸਿੱਖ ਕੌਮ ਸਾਡੀ ਗ੍ਰਿਫਤ ਦੇ ਵਿੱਚ ਹੈ ਤੇ ਅਸੀਂ ਇੱਕ ਬੰਦੇ ਦੇ ਥਰੂ ਸਾਰੀ ਕੌਮ ਨੂੰ ਆਪਣੇ ਹੱਥ 'ਚ ਰੱਖ ਰਹੇ ਹਾਂ। ਇਹ ਇਹਦਾ ਮਤਲਬ ਕੱਢਿਆ ਜਾ ਸਕਦਾ, ਵਰਨਾ ਇਹ ਐਸਜੀਪੀਸੀ ਵੀ ਜਦੋਂ 4 ਸਾਲ ਜਾਂ 5 ਸਾਲ ਬਾਅਦ ਇਹਦੀ ਡੇਟ ਨਿਕਲ ਜਾਂਦੀ ਆ ਤੇ ਉਹਦੇ ਬਾਅਦ ਉਹ ਪ੍ਰਧਾਨ, ਉਹ ਹਾਊਸ ਨਹੀਂ ਕੰਮ ਕਰਨਾ ਚਾਹੀਦਾ। ਇਹਦੇ ਲਈ ਵਿਧੀ ਵਿਧਾਨ ਬਣਨਾ ਚਾਹੀਦਾ ਤੇ ਇਮੀਡੀਏਟਲੀ ਬਣਨਾ ਚਾਹੀਦਾ। ਹੁਣ ਵੀ ਤੁਸੀਂ ਦੇਖੋ, ਭਾਵੇਂ ਸੈਂਟਰ ਸਰਕਾਰ ਦੀ ਤੇ ਬਾਦਲ ਦੀ ਆਪਸ ਵਿੱਚ ਦੀ ਅਣਬਣ ਆ, ਅਲੱਗ-ਅਲੱਗ ਲੜੇ ਨੇ, ਲੇਕਿਨ ਫਿਰ ਵੀ 12 ਸਾਲ ਤੋਂ ਗੁੰਡਾਗਰਦੀ ਆ, ਜਿਹੜੀ ਧੱਕੇ ਨਾਲ, ਬੁਰਛਾਗਰਦੀ ਨਾਲ ਇਹ ਹਾਊਸ ਨੂੰ ਚਲਾ ਰਿਹਾ ਬਾਦਲ। ਪ੍ਰਬੰਧਕ ਕਮੇਟੀ ਅੱਜ ਬਾਦਲ ਦੇ ਗ੍ਰਿਫਤ ਦੇ ਵਿੱਚ ਆ, ਉਹ ਮਾਲਕ ਉਹ ਆ ਉਹਦਾ 12 ਸਾਲ ਤੋਂ। ਅਰਬਾਂ ਰੁਪਈਏ ਦਾ ਬਜਟ ਜਿਹੜਾ ਉਹ ਆਪਣੀ ਮਰਜ਼ੀ ਨਾਲ ਵਰਤ ਰਿਹਾ, ਨਾ ਉਹ ਮੈਂਬਰ ਆ, ਪ੍ਰਬੰਧਕ ਕਮੇਟੀ ਦਾ ਮੈਂਬਰ ਵੀ ਨਹੀਂ ਉਹਦੇ ਖਾਨਦਾਨ 'ਚੋਂ ਕੋਈ, ਲੇਕਿਨ ਫਿਰ ਮਾਲਕ ਬਣਿਆ ਹੋਇਆ, ਕਿਉਂਕਿ ਅਕਾਲੀ ਦਲ 'ਤੇ ਕਲਿੱਕ ਬਣਾ ਕੇ ਕਬਜ਼ਾ ਕਰਕੇ ਸਾਰੇ ਪੰਜਾਬ 'ਚੋਂ ਝਾੜੂ ਫਿਰ ਗਿਆ, ਹਰ ਗਿਆ, ਪਰ ਫਿਰ ਸ਼ਰਮ ਨਹੀਂ ਆਉਂਦੀ, ਉਹ ਛੱਡਦਾ ਨਹੀਂ ਇਸ ਗੱਲ ਨੂੰ। ਇਹ ਜਿਹੜਾ ਧੱਕੇਸ਼ਾਹੀ ਕੌਮ ਦੇ ਨਾਲ ਆ, ਐਸਜੀਪੀਸੀ ਦੀ ਬੋਡੀ ਦੇ ਨਾਲ ਮਜ਼ਾਕ ਆ, ਇਹ ਨਹੀਂ ਹੋਣਾ ਚਾਹੀਦਾ। ਭਾਈ ਸਾਹਿਬ, ਇੱਕ ਅਹਿਮ ਸਵਾਲ ਹੈ, ਜੇ ਬਾਦਲ ਦਾ ਉੱਥੇ ਨਹੀਂ ਹੋਣਾ ਚਾਹੀਦਾ ਐਸਜੀਪੀਸੀ ਵਿੱਚ, ਜੇ ਤੁਸੀਂ ਕਹਿੰਦੇ ਵੀ ਬਾਦਲ ਪਰਿਵਾਰ ਦਾ ਕਬਜ਼ਾ, ਫਿਰ ਉਸ 'ਚ ਦੂਸਰੇ ਮੁਕਾਬਲੇ ਕਿਹੜਾ ਵਿਅਕਤੀ ਹੋ ਸਕਦਾ, ਕਿਹੜਾ ਵਿਅਕਤੀ ਜਾ ਸਕਦਾ? ਕਿਉਂਕਿ ਲੋਕ ਉਸਦਾ ਚਿਹਰਾ ਦੂਸਰੇ ਪਾਸੇ ਵੀ ਲੱਭਦੇ ਨੇ, ਉਸ ਪਾਸੇ ਤੁਸੀਂ ਕਹਿੰਦੇ ਵੀ ਹਟਾ ਦੇਣਾ ਚਾਹੀਦਾ, ਫਿਰ ਚਿਹਰਾ ਹੋਊਗਾ ਕੌਣ? ਲੋਕਾਂ ਨੂੰ ਉਦੋਂ ਚਿਹਰਾ ਲੱਭੂਗਾ ਜਦੋਂ ਇਲੈਕਸ਼ਨ ਹੋਣਗੇ, ਜਦੋਂ ਕਿਸੇ ਨੂੰ ਮੌਕਾ ਮਿਲੇਗਾ ਲੜ ਕੇ ਉਹਦੇ ਸਾਹਮਣੇ ਮੁਕਾਬਲੇ 'ਤੇ ਖੜੇ ਹੋਣ ਦਾ, ਉਦੋਂ ਇਹ ਸਵਾਲ ਪੈਦਾ ਹੁੰਦਾ। ਵਰਨਾ ਅੱਜ ਦੀ ਤਰੀਕ 'ਤੇ ਇੱਕ ਕਬਜ਼ਾ ਹੈ, ਗੁੰਡਾਗਰਦੀ ਹੈ, ਬੁਰਛਾਗਰਦੀ ਹੈ, ਨਰੋਲ ਬਾਦਲ ਦੀ ਤੇ ਸੈਂਟਰ ਸਰਕਾਰ ਦੀ। ਭਾਈ ਸਾਹਿਬ, ਹੁਣ ਗੱਲ ਕਰੀ, ਜਿਵੇਂ ਤੁਸੀਂ ਚੋਣਾਂ ਦੀ ਗੱਲ ਕੀਤੀ ਹੈ ਵੀ ਉਸ ਦੇ ਉੱਪਰ ਬਦਲਾਅ ਹੋਣਾ ਚਾਹੀਦਾ, ਕੀ ਬਦਲਾਅ ਹੋਣਾ ਚਾਹੀਦਾ? ਜੇ ਵੋਟਾਂ ਦੀ ਗੱਲ ਕਰੀਏ, ਕਿਸ ਤਰੀਕੇ ਦਾ ਬਦਲਾਅ ਤੁਸੀਂ ਚਾਹੁੰਦੇ ਹੋ, ਵੀ ਕੀ ਬਦਲਾਅ ਹੋਣੇ ਚਾਹੀਦੇ ਨੇ ਉਹਦੇ 'ਚ? ਬਦਲਾਅ ਮੈਂ ਤੁਹਾਨੂੰ ਦੱਸ ਚੁੱਕਾ ਕਿ ਜਦੋਂ ਸਮਾਂ ਇਲੈਕਸ਼ਨ ਦਾ ਪੀਰੀਅਡ ਦਾ ਖਤਮ ਹੋ ਜਾਏ, ਉਸ ਤੋਂ ਫੌਰਨ ਅਗਲੀ ਜਿਹੜੀ ਕਾਰਵਾਈ ਉਹ ਪਹਿਲਾਂ ਤਿਆਰ ਹੋਣੀ ਚਾਹੀਦੀ, ਇਲੈਕਸ਼ਨ ਹੋਣੇ ਚਾਹੀਦੇ।
ਇਲੈਕਸ਼ਨ ਹੋ ਕੇ ਨਵੀਂ ਬਾਡੀ ਬਣਨੀ ਚਾਹੀਦੀ ਹੈ। ਸਾਡੇ ਨੌਜਵਾਨ ਜਿਹੜੇ ਸਿੱਖ ਬੱਚੇ ਨੇ ਉਹਨਾਂ ਨੂੰ ਇਹ ਮੌਕਾ ਮਿਲਣਾ ਚਾਹੀਦਾ ਆਪਣੇ ਧਰਮ ਦੀ ਸੇਵਾ ਕਰ ਸਕਣ, ਸਿਧਾਂਤ ਦੀ ਸੇਵਾ ਕਰ ਸਕਣ। ਆਪਣੇ ਭਵਿੱਖ ਨੂੰ ਚੰਗਾ ਬਣਾਉਣ ਲਈ ਪ੍ਰਬੰਧਕ ਕਮੇਟੀ ਦੇ ਵਿੱਚੋਂ ਦਸਵੰਧ ਕਰ ਦੀ ਰਕਮ ਜਿਹੜੀ ਆ ਉਹਨੂੰ ਐਜੂਕੇਸ਼ਨ 'ਤੇ ਲਾ ਸਕਣ, ਹੌਸਪੀਟਲ ਦੇ ਵਿੱਚ ਇਲਾਜ 'ਤੇ ਲਾ ਸਕਣ, ਸਰਬੱਤ ਦੇ ਭਲੇ ਲਈ ਯਾਤਰੂ ਦੀ ਸੇਵਾ 'ਚ ਲਾ ਸਕਣ, ਜਿਹੜੀਆਂ ਜਾਇਦਾਦਾਂ ਨੇ ਉਹਨਾਂ ਨੂੰ ਸੰਭਾਲ ਸਕਣ। ਜਿਹੜੇ ਸਾਡੇ ਸਿਧਾਂਤ ਗੁਰੂ ਸਾਹਿਬ ਦੇ ਗਏ ਨੇ, ਜਿਨ੍ਹਾਂ ਸਿਧਾਂਤਾਂ ਦੇ ਉੱਤੇ ਕਾਇਮ ਸਾਡੀ ਕੌਮ ਆ, ਉਹ ਸਿਧਾਂਤ ਜਿਉਂਦੇ ਰਹਿਣ। ਅੱਜ ਸਾਡੇ ਸਿਧਾਂਤ ਦੀ ਮਰਿਆਦਾ ਦੀ ਡੈਫੀਨੇਸ਼ਨ ਬਦਲ ਕੇ ਰੱਖ ਦਿੱਤੀ ਬਾਦਲ ਨੇ। ਆਪਣੀ ਮਰਜ਼ੀ ਅਨੁਸਾਰ ਮਰਿਆਦਾ ਬਣਾ ਰਿਹਾ, ਮਰਜ਼ੀ ਅਨੁਸਾਰ ਉਹ 'ਤੇ ਅਮਲ ਕਰ ਰਿਹਾ। ਕੋਈ ਪੁੱਛਣ ਵਾਲਾ ਨਹੀਂ, ਕੋਈ ਗਿੱਛਣ ਵਾਲਾ ਨਹੀਂ। 12 ਸਾਲ ਤੋਂ ਇਸ ਸਾਡੀ ਮਿੰਨੀ ਸਰਕਾਰ ਤੇ ਸੱਚੀ ਸਰਕਾਰ ਤੇ ਝੂਠੀ ਪਾਤਸ਼ਾਹੀ ਦਾ ਕਬਜ਼ਾ ਹੋਵੇ ਤੇ ਸਾਡੀ ਕੌਮ ਦਾ ਬਣਨਾ ਕੀ? ਚੇਂਜ ਇਹ ਹੋਣ ਵਾਲੀ ਚੀਜ਼ ਆ ਕਿ ਇਲੈਕਸ਼ਨ ਉਸੇ ਟਾਈਮ ਹੋਣ ਜਦੋਂ ਸਮਾਪਤ ਹੋ ਜਾਣ। ਇਲੈਕਸ਼ਨ ਲੜਨ ਲਈ ਪੰਜਾਬ ਦੇ ਵਿੱਚ ਵਸਦੇ ਸਿੱਖਾਂ ਨੂੰ ਹਿੱਸਾ ਲੈਣ ਲਈ ਇਜਾਜ਼ਤ ਮਿਲਣੀ ਚਾਹੀਦੀ ਹੈ। ਹੁਣ ਭਾਈ ਸਾਹਿਬ ਅਗਲੀ ਗੱਲ ਕਰਨੇ ਆ ਸ਼੍ਰੋਮਣੀ ਅਕਾਲੀ ਦਲ ਦੀ। ਤੁਸੀਂ ਸ਼੍ਰੋਮਣੀ ਅਕਾਲੀ ਦਲ ਲੈ ਕੇ ਲਗਾਤਾਰ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਕਈ ਚੀਜ਼ਾਂ ਦਾ ਹੀ ਬੋਲਦੇ ਹੋ, ਆਪਣੀ ਗੱਲ ਵੀ ਰੱਖਦੇ ਹੋ। ਸ਼੍ਰੋਮਣੀ ਅਕਾਲੀ ਦਲ ਹਾਰ ਜਾਂਦਾ, 3 ਸੀਟਾਂ ਦੇ ਸਿਮਟ ਕੇ ਰਹਿ ਜਾਂਦਾ। ਉਸ ਉੱਪਰ ਇੱਕ ਵੀਡੀਓ ਵੀ ਕਈ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀਆਂ ਨੇ ਵੀ ਕੱਖ ਨਾ ਰਹੇ, ਜਿਨ੍ਹਾਂ ਨੇ ਬੇਅਦਬੀ ਕਰਾਈ ਉਹਨਾਂ ਦਾ ਵੀ ਕੱਖ ਨਾ ਰਹੇ। ਫਿਰ ਜਥੇਦਾਰ ਦਾ ਜੋ ਬਿਆਨ ਆਉਂਦਾ ਉਹ ਕਿਸ ਮਾਇਨੇ ਵੱਲੋਂ ਬਿਆਨ ਆਉਂਦਾ? ਕਈ ਤਾਂ ਸਿੱਖ ਜੀ ਵੀ ਇਹ ਕਹਿ ਰਹੇ ਨੇ ਕਿ ਉਹ ਜਥੇਦਾਰ ਸਾਰੇ ਸਿੱਖਾਂ ਦੇ ਨੇ, ਇੱਕ ਪਾਰਟੀ ਦੇ ਨਹੀਂ ਹੈਗੇ। ਇਸ ਬਿਆਨ ਨੂੰ ਕਿੱਦਾਂ ਦੇਖਣਾ ਚਾਹੀਦਾ ਜਾਂ ਜਥੇਦਾਰ ਸਾਹਿਬ ਨੇ ਬਿਆਨ ਦੇਣੇ ਚਾਹੀਦੇ ਨੇ ਇਹੋ ਜਿਹੇ? ਇੱਕ ਤਾਂ ਉਹ ਸ਼ੁਰੂ ਤੋਂ ਨੇ ਜਿਹੜੇ ਸਿੱਖ ਬੁੱਧੀਜੀਵੀ ਜਿਹਨਾਂ ਨੂੰ ਤੁਸੀਂ ਕਹਿੰਦੇ, ਇਹਨਾਂ ਦਾ ਪਤਾ ਨਹੀਂ ਕਿਸ ਤਰ੍ਹਾਂ ਦੇ ਬੁੱਧੀਜੀਵੀ ਜਿਹੜੇ ਉਹਨੂੰ ਜਥੇਦਾਰ ਮੰਨਦੇ ਨੇ। ਇਹ ਮੈਂ ਪ੍ਰਕਾਸ਼ ਸਿੰਘ ਬਾਦਲ ਦੇ ਬਣਾਏ ਕਿਸੇ ਜਥੇਦਾਰ ਨੂੰ ਜਥੇਦਾਰ ਨਹੀਂ ਮੰਨਦਾ। ਇਹ ਸਿਧਾਂਤ ਆ ਗੁਰੂ ਸਾਹਿਬ ਜੀ ਦਾ। 5 ਪਿਆਰੇ ਜਦੋਂ ਸਾਜੇ ਸੀ ਉਦੋਂ ਤਲਵਾਰ ਦੀ ਧਾਰ 'ਤੇ ਪਰਖ ਕੇ ਸਾਜੇ ਸੀ। ਤੋ ਅੱਜ ਇੱਕ ਚਾਪਲੂਸ ਕਿਸਮ ਦਾ ਬੰਦਾ ਲਿਆ ਕੇ ਬਿਠਾ ਦੇਵੇ ਬਾਦਲ, ਤੇ ਉਹਨੂੰ ਅਸੀਂ ਕਿਵੇਂ ਸਵੀਕਾਰ ਕਰ ਸਕਦੇ ਹਾਂ? ਇਹ 5 ਪਿਆਰਿਆਂ ਦਾ ਇੱਕ ਸ਼੍ਰੋਮਣੀ ਜਾਂ ਉਹਨਾਂ ਦਾ ਸਪੋਕਸਮੈਨ ਕਿਹਾ ਜਾ ਸਕਦਾ ਹੈ ਜਿਹੜਾ ਜਥੇਦਾਰ ਹੈ। ਜਥੇਦਾਰ ਨੂੰ ਪਹਿਲੀ ਗੱਲ ਤਾਂ ਅਸੀਂ ਜਥੇਦਾਰ ਮੰਨਦੇ ਨਹੀਂ। ਨੰਬਰ 2 'ਤੇ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਪਰਿਵਾਰ ਦਾ ਜਿਹੜਾ ਹੀਜ ਪਿਆਜ਼ ਸੀ ਉਹ ਨੰਗਾ ਹੋ ਚੁੱਕਾ ਹੈ, ਉਹਦਾ ਭਾਂਡਾ ਫਟ ਚੁੱਕਾ ਹੈ। ਉਹ ਹੁਣ ਜਦੋਂ ਵੀ ਉਹਦੀ ਕੋਸ਼ਿਸ਼ ਆ ਵੀ ਮੈਂ ਇਹ ਅਕਾਲੀ ਦਲ ਦੀ ਫੀਲਡ ਨਹੀਂ ਛੱਡਣੀ, ਇਹਦਾ 'ਤੇ ਕਬਜ਼ਾ ਨਹੀਂ ਛੱਡਣਾ, ਤੋ ਉਹਨੂੰ ਲੋਕ ਤੇ ਪਸੰਦ ਨਹੀਂ ਕਰਦੇ, ਲੋਕ ਤੇ ਪਾਥੀਆਂ ਮਾਰਦੇ ਨੇ। ਉਹ ਹਮੇਸ਼ਾ ਇਸ ਤਾਕ ਦੇ ਵਿੱਚ ਰਿਹਾ ਕਿ ਇਹਨਾਂ ਗਿਆਨੀਆਂ ਨੂੰ ਵਰਤ ਕੇ ਅਕਾਲ ਤਖਤ ਦੇ ਥਰੂ ਉੱਭਰਿਆ ਜਾਵੇ, ਲੋਕਾਂ ਨੂੰ ਬੇਵਕੂਫ ਬਣਾ ਕੇ ਕਿ ਆਓ ਅਕਾਲ ਤਖਤ ਤੁਹਾਡਾ, ਇੱਥੇ ਇਕੱਠੇ ਹੋ, ਇੱਥੇ ਮਸਲੇ ਵਿਚਾਰੀਏ, ਇੱਥੇ ਐਂ ਕਰੀਏ। ਉਦੋਂ ਬਾਅਦ ਹੋਊਗਾ ਕੀ ਇਹ ਨਹੀਂ ਦੱਸਦਾ। ਉਹ ਸਿਖਾਇਆ ਤਿੱਤਰ ਆ ਬਾਦਲ ਦਾ, ਜਿਵੇਂ ਉਹ ਬੁਲਾਉਂਦਾ ਉਵੇਂ ਬੋਲਦਾ, ਦਿਹਾੜੀ ਲੈਂਦਾ, ਦਿਹਾੜੀ ਲੈ ਕੇ ਕੰਮ ਕਰਦਾ। ਉਹਦੀ ਕੋਈ ਵਜੂਦ ਨਹੀਂ, ਉਹਦੀ ਕੋਈ ਹੋਂਦ ਨਹੀਂ। ਇਸੇ ਕਰਕੇ ਅਸੀਂ ਉਹਦੇ ਜੰਮਣ ਤੋਂ ਪਹਿਲਾਂ ਹੀ ਉਹਦਾ ਰਾਹ ਰੋਕ ਲੈਂਦੇ ਹਾਂ ਵੀ ਤੂੰ ਗਲਤ ਕਰ ਰਿਹਾ, ਤੂੰ ਅਕਾਲ ਤਖਤ ਨਾਲ ਮਜ਼ਾਕ ਕਰ ਰਿਹਾ, ਤੂੰ ਅਕਾਲ ਤਖਤ ਦੀ ਤੋਹੀਨ ਕਰ ਰਿਹਾ, ਸਿਰਫ ਇੱਕ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਪਰਿਵਾਰ ਨੂੰ ਸੱਤਾ ਦਿਵਾਉਣ ਲਈ। ਇਹ ਤੁਸੀਂ ਗੱਲ ਕਹਿ ਰਹੇ ਹੋ, ਪਰ ਜਿਨ੍ਹਾਂ ਨੂੰ ਤਲਬ ਕੀਤਾ ਜਾਂਦਾ ਬੁਲਾਉਂਦੇ ਨੇ, ਫਿਰ ਕਿ ਉਹ ਜਾਣ ਕੇ ਨਾ ਜਾਣ, ਕਿ ਬਾਕੀ ਲੋਕ ਉਮੀਦ ਰੱਖਣ ਜਥੇਦਾਰ ਸਾਹਿਬ ਕੋਲ ਕਿ ਨਹੀਂ। ਇਹ ਤੁਹਾਡੇ ਸ਼ਬਦ ਆ ਗਏ। ਦੇਖੋ, ਮੈਂ ਜੋ ਕੁਝ ਕਹਿਣਾ ਮੈਂ ਫਰਾਗ ਦਿਲੀ ਨਾਲ ਕਹਿਣਾ, ਜੇ ਇਹ ਜਥੇਦਾਰ ਹੈ ਤਾਂ ਮੈਨੂੰ ਸੱਦੇ, ਮੈਨੂੰ ਸੱਦ ਲਵੇ। ਸਭ ਤੋਂ ਪਹਿਲਾਂ ਮੈਨੂੰ ਸੱਦੇ, ਕਿਉਂਕਿ ਸਭ ਤੋਂ ਜ਼ਿਆਦਾ ਮੈਂ ਬੋਲਿਆ ਬਾਦਲ ਦੇ ਖਿਲਾਫ, ਇਸ ਗਿਆਨੀ ਦੇ ਖਿਲਾਫ ਮੈਂ ਬੋਲਿਆ। ਜੇ ਇਹਦੇ ਵਿੱਚ ਕੋਈ ਕਣੀ ਆ, ਇਹ ਵਾਕਿਆ ਹੀ 5 ਪਿਆਰਿਆਂ ਦਾ ਹਿੱਸਾ ਇੱਕ ਜਥੇਦਾਰ ਆ ਅਕਾਲ ਤਖਤ ਦਾ, ਤੇ ਮੈਨੂੰ ਸੱਦੇ, ਮੈਂ ਜਾਊਂਗਾ। ਸੱਦੇ ਮੈਨੂੰ। ਜਥੇਦਾਰ ਸਾਹਿਬ ਤਾਂ ਕਹਿੰਦੇ ਨੇ ਵੀ ਕਈ ਵਿਅਕਤੀ ਇਹੋ ਜਿਹੇ ਬੋਲਦੇ ਨੇ ਜੋ ਅਕਾਲ ਤਖਤ ਨੂੰ ਜਾਂ ਅਕਾਲ ਤਖਤ ਦੀ ਮਰਿਆਦਾ ਦੇ ਉਲਟ ਬੋਲਦੇ ਨੇ। ਤੁਸੀਂ ਚਲੋ ਲਗਾਤਾਰ ਬੋਲਦੇ ਆਨੇ, ਉਹਨੇ ਸਟੇਟਮੈਂਟ ਆਉਂਦੀਆਂ ਨੇ। ਜਥੇਦਾਰ ਕੀ ਕਹਿੰਦਾ ਸਾਨੂੰ ਨਹੀਂ ਪਤਾ। ਅਸੀਂ ਇਸੇ ਸਮਾਜ 'ਚ ਵਸਦੇ ਹਾਂ ਜਿਹੜੇ ਸਮਾਜ 'ਚ ਜਥੇਦਾਰ ਵਸਦਾ। ਅਸੀਂ ਜੋ ਕੁਝ ਕਹਿ ਦਿੱਤਾ ਇਹਨਾਂ ਜਥਾਂ 12 ਬਾਰੇ ਗਿਆਨੀਆਂ ਬਦਲੇ ਨਹੀਂ ਕੋਈ ਕਹਿ ਸਕਿਆ, ਅਸੀਂ ਕਿਹਾ। ਤੇ ਇਹਦੇ ਵਿੱਚ ਦਾਮਿਆਂ ਤੇ ਮੈਨੂੰ ਸੱਦੇ। ਮੈਂ ਪ੍ਰੋਮਿਸ ਕਰਦਾ ਹਾਂ ਕਿ ਮੈਂ, ਕਿਉਂਕਿ ਅਕਾਲ ਤਖਤ ਦਾ ਰੁਤਬਾ ਦੇਖ ਕੇ, ਉਹ ਸਿਧਾਂਤ ਦੇਖ ਕੇ ਮੈਂ ਜਾਊਂਗਾ। ਇਹ ਹੁਣ ਉੱਥੇ ਸਮਾਂ ਤੈਅ ਕਰੂਗਾ ਕਿ ਅਸਲੀ 5 ਪਿਆਰੇ ਨੇ ਕਿ ਨਕਲੀ ਨੇ। ਅਸੀਂ ਉਹਦੇ ਅੱਗੇ ਪੇਸ਼ ਹੋਵਾਂਗੇ, ਬੁਲਾਵੇ। ਅੱਛਾ ਭਾਈ ਸਾਹਿਬ, ਮੈਂ ਇਸ ਸਵਾਲ 'ਤੇ ਦੁਬਾਰਾ ਆਊਂਗਾ। ਹੁਣ ਦੂਸਰੇ ਪਾਸੇ ਚੱਲਦੇ ਆ, ਇੰਨੇ ਲੰਮੇ ਸਮੇਂ ਤੋਂ ਚੋਣਾਂ ਨਹੀਂ ਹੋਈਆਂ। ਜਿਹੜੇ ਪੁਰਾਣੇ SGPC ਦੇ ਮੈਂਬਰ ਹੈਗੇ ਸੀ, ਅੱਜ ਵੀ ਉੱਥੇ ਕਾਬਜ ਨੇ। ਚੋਣਾਂ ਨਾ ਹੋਣ ਦੇ ਕਾਰਨ ਜੋ ਤੁਸੀਂ ਹੁਣ ਜ਼ਿਕਰ ਕਰ ਰਹੇ ਹੋ ਕਿ ਬਾਦਲ ਪਰਿਵਾਰ ਦੇ ਜਥੇਦਾਰ ਤੇ ਕਾਬਜ ਹੈਗੇ ਨੇ ਜਾਂ SGPC ਦੇ ਕਾਬਜ ਹੈਗੇ ਨੇ, ਪੰਜਾਬ 'ਚ ਕੀ ਫਿਰ ਨੁਕਸਾਨ ਹੋਇਆ? ਤੁਸੀਂ ਨੁਕਸਾਨ ਵੀ ਨਾਲ ਦੱਸੋ ਵੀ ਪੰਜਾਬ 'ਚ ਕੀ ਨੁਕਸਾਨ ਹੈ। ਪੰਜਾਬ ਦੇ ਵਿੱਚ ਇੱਕ ਨੁਕਸਾਨ ਇਹ ਹੋਇਆ ਕਿ ਜਿਸ ਤਰ੍ਹਾਂ ਹੁਣ ਇਲੈਕਸ਼ਨ ਹੋ ਰਹੇ, ਜਦੋਂ ਵੀ ਹੁੰਦੇ ਨੇ SGPC ਦੇ
ਵਿਧਾਨ ਸਭਾ ਦੇ, ਲੋਕ ਸਭਾ ਦੇ, ਬਲਾਕ ਸੰਮਤੀਆਂ ਦੇ, ਇੱਕ ਸਰਪੰਚੀ ਦੇ। ਤੇ ਪ੍ਰਕਾਸ਼ ਸਿੰਘ ਬਾਦਲ ਇਤਿਹਾਸਕ ਗੁਰਦੁਆਰਿਆਂ ਦੇ ਲੰਗਰ ਜਿਹੜੇ ਆ ਇਹ ਇਲੈਕਸ਼ਨਾਂ ਲਈ ਵਰਤਦਾ, ਆਪਣੇ ਵਰਕਰਾਂ ਲਈ ਵਰਤਦਾ। ਤੋ ਉਹਦਾ ਸਰਮਾਇਆ ਵਰਤਦਾ ਹੈ, ਉਹਦੇ ਸਰੋਪੇ ਵਰਤਦਾ ਹੈ, ਉਹਦੇ ਇਸ਼ਤਿਹਾਰਾਂ ਲਈ ਪ੍ਰੈਸ ਵਰਤਦਾ ਹੈ, ਉਹਦੀਆਂ ਗੱਡੀਆਂ ਵਰਤਦਾ ਹੈ, ਉਹਦੇ 20,000 ਮੁਲਾਜ਼ਮ ਵਰਤਦਾ ਹੈ। ਇਹ ਸਭ ਤੋਂ ਵੱਡਾ ਨੁਕਸਾਨ ਹੈ। ਅੱਜ ਸੈਕੰਡ ਕਲਾਸ ਦੇ ਜਿਹੜੇ ਲੀਡਰ ਨੇ ਬਾਦਲ ਦੇ, ਉਹਨਾਂ ਦੇ ਘਰਾਂ 'ਚ ਇੱਕ ਗਨਮੈਨ ਆ, ਇੱਕ ਸੇਵਾਦਾਰ ਆ, ਇੱਕ ਲਾਂਗਰੀ ਆ, ਇੱਕ ਡਰਾਈਵਰ ਆ। ਤਨਖਾਹ ਗੁਰੂ ਰਾਮਦਾਸ ਦਾ ਖਜ਼ਾਨਾ ਦੇ ਰਿਹਾ। ਮੈਂ ਨਾਂ ਲੈ ਕੇ ਵੀ ਇਹ ਦੱਸਿਆ ਲੋਕਾਂ ਨੂੰ ਕਿ ਜਿਹੜਾ ਕੋਲਿਆਂ ਵਾਲੀ ਸੀ, ਇਹਦੇ ਘਰ ਜਿਹੜੇ ਬਈਏ ਨੇ ਉਹਨਾਂ ਨੂੰ ਪੱਗਾਂ ਬਣਾ ਕੇ ਤੇ ਉਹਨਾਂ ਦੇ ਨਾਂ ਰੱਖ ਕੇ ਮੁਕਤਸਰ ਸਾਹਿਬ ਤੋਂ ਸੇਵਾ ਉਹ ਲੈ ਕੇ ਆਉਂਦੇ, ਤਨਖਾਹ ਲੈ ਕੇ ਆਉਂਦੇ। ਮੈਂ ਨਾਂ ਲੈ ਕੇ ਕਿਹਾ ਸੀ, ਔਰ ਇਹ ਵੀ ਕਿਹਾ ਸੀ ਝੂਠ ਹੈ ਤੇ ਮੈਨੂੰ ਹਾਈ ਕੋਰਟ 'ਚ ਲੈ ਕੇ ਜਾਓ। ਇਹ ਜਿਹੜੀ ਵੱਡਾ ਜਿਹੜਾ ਨੁਕਸਾਨ ਹੈ ਸਾਡਾ, ਇੱਕ ਇਹ ਆ ਕਿ ਸਾਡੀਆਂ 20,000 ਏਕੜ ਜ਼ਮੀਨਾਂ ਨੇ। 20,000 ਏਕੜ ਜ਼ਮੀਨਾਂ ਦੀ ਆਮਦਨੀ ਕੀ ਆ, ਇਹ ਨਹੀਂ ਦੱਸਦੀ ਕਮੇਟੀ। ਅਸੀਂ RTI ਪਾ ਕੇ ਲੈ ਲਈਏ, ਕਿਸ ਤਰ੍ਹਾਂ ਪੁੱਛਦੇ ਨਹੀਂ ਦੱਸਦੇ। ਜੁਰਮਾਨਾ ਦੇ ਦਿੰਦੇ ਆ ਜਿਹੜਾ RTI ਪਾਵੇ, ਪਰ ਸਾਨੂੰ ਨਹੀਂ ਦੱਸਦੇ। ਕਿਉਂ ਨਹੀਂ ਦੱਸਦੇ? ਕਿਉਂਕਿ ਇੱਕ ਤਾਂ ਵੱਡੀ ਤਾਦਾਦ ਵਿੱਚ ਜ਼ਮੀਨਾਂ ਇਹਨਾਂ ਨੇ ਲੀਜ਼ 'ਤੇ ਦਿੱਤੀਆਂ ਹੋਈਆਂ ਨੇ ਚਹੇਤਿਆਂ ਨੂੰ। 99 ਸਾਲ ਦੀ 1 ਰੁਪਈਏ 'ਤੇ 100 ਏਕੜ ਜ਼ਮੀਨਾਂ। ਨੰਬਰ 2 'ਤੇ 6-6 ਹਜ਼ਾਰ ਨੂੰ ਏਕੜ ਜ਼ਮੀਨ ਦਾ ਠੇਕਾ ਉੱਥੇ ਦਿੱਤੀਆਂ ਹੋਈਆਂ ਨੇ। ਜਦੋਂ ਦੇ ਅਸੀਂ ਰੌਲਾ ਪਾਉਣ ਲੱਗੇ ਹਾਂ, ਕੁਛ ਜ਼ਮੀਨਾਂ ਦੇ ਠੇਕੇ ਵਧਾਏ, ਜਿਵੇਂ ਚੋਹਲਾ ਸਾਹਿਬ ਦਾ 350 ਏਕੜ ਜ਼ਮੀਨ, ਉਹਦਾ 20 ਕਿ 22,000 ਏਕੜ ਕਰਤਾ 6,000 ਤੋਂ। ਪਰ ਉਹ ਠੇਕਾ ਆਇਆ ਨਹੀਂ, ਅਕਾਊਂਟ 'ਚ ਨਹੀਂ ਆਇਆ। ਉਹ 1.5 ਕਰੋੜ ਸਿਰ 'ਤੇ ਖੜਾ, ਅੱਗੇ ਤੋਂ ਫਿਰ ਦੇਈ ਜਾ ਰਹੇ। ਅੱਛਾ ਭਾਈ ਸਾਹਿਬ, ਤੁਸੀਂ SGPC ਚੋਣਾਂ ਲੜੋਗੇ ਅੱਗੇ ਜਾ ਕੇ? ਪਹਿਲਾਂ ਨੁਕਸਾਨ ਤੇ ਪੁੱਛ ਲਓ, ਜਿਹੜਾ ਨੁਕਸਾਨ ਤੁਸੀਂ ਪੁੱਛਿਆ। ਫਿਰ ਜਿਹੜਾ ਅਰਬਾਂ ਰੁਪਈਆ ਗੋਲਕ ਦੇ ਵਿੱਚ ਆਉਂਦਾ, ਪ੍ਰਸ਼ਾਦ ਦੀ ਕਮਾਈ ਹੁੰਦੀ ਆ, ਗੋਲਕ ਦੀ ਕਮਾਈ ਹੁੰਦੀ ਆ, ਉਹ ਸਾਡੇ ਕਿਸੇ ਸਕੂਲ ਦੇ ਵਿੱਚ ਐਜੂਕੇਸ਼ਨ ਦੇ ਕੰਮ ਨਹੀਂ ਆਈ। ਸਾਡੇ ਸਕੂਲ ਬੰਦ ਪਏ ਨੇ, ਇਹ ਜਿਹੜੇ ਕਾਲਜ ਨੇ ਬੰਦ ਪਏ ਨੇ, ਅਤੇ ਇੱਕ ਪ੍ਰੋਫੈਸਰ ਦੀ 30-30 ਲੱਖ ਰੁਪਈਆ ਤਨਖਾਹ ਜਮ੍ਹਾਂ ਹੋਈ ਪਈ ਆ, ਉਹ ਨਹੀਂ ਦਿੱਤੇ ਜਾ ਰਹੇ। ਉਹ ਪੈਸਾ ਕਿੱਥੇ ਜਾ ਰਿਹਾ? ਇੱਕ ਜਿਹੜੀਆਂ ਬਾਦਲ ਵਰਗਿਆਂ ਨੇ ਆਪਣੇ ਜ਼ਮੀਨਾਂ ਗੁਰੂ ਦੀਆਂ, ਪੈਸਾ ਗੁਰੂ ਦਾ, ਅਤੇ ਟਰਸਟ ਬਣਾ ਕੇ ਅਤੇ ਆਪਣੇ ਉਹ ਲੀਜ਼ 'ਤੇ ਜ਼ਮੀਨ ਲੈ ਕੇ ਅਤੇ ਟਰਸਟ ਬਣਾ ਕੇ ਆਪ ਮਾਲਕ ਬਣੇ ਹੋਏ ਨੇ। ਸਭ ਤੋਂ ਵੱਡਾ ਖਤਰਾ ਇਹ ਆ ਕਿ ਜ਼ਮੀਨਾਂ ਗੁਰੂ ਦੀਆਂ, ਪੈਸਾ ਗੁਰੂ ਦਾ, ਮਾਲਕ ਆਪ ਬਣੇ ਹੋਏ ਨੇ। ਇਹ ਸਾਡੇ ਨਾਲ ਬਹੁਤ ਭੱਦਾ ਮਜ਼ਾਕ ਹੈ। ਇਹ ਗੁਰੂ ਘਰ ਦੇ ਨਾਲ ਧਰੋਹ ਹੈ। ਤੋ ਇਹ ਜਿਹੜਾ ਨੁਕਸਾਨ ਆ, ਮੈਨੂੰ ਨਹੀਂ ਲੱਗਦਾ ਕਿ ਅਸੀਂ ਕਿਸੇ ਦੂਸਰੇ ਅਨਮਤੀ ਨੂੰ ਜਾਂ ਕਿਸੇ ਦੂਸਰੇ ਧਰਮ ਦੇ ਕਿਸੇ ਚੰਗੇ ਇਨਸਾਨੀ ਜ਼ਿੰਦਗੀ ਨੂੰ ਜਿਉਣ ਵਾਲੇ ਨੂੰ ਦੇ ਦਈਏ ਅਤੇ ਉਹ ਸਾਡਾ ਇੰਨਾ ਨੁਕਸਾਨ ਕਰ ਜੇ। ਤੋ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਜਿਹੜਾ, ਉਸ ਨੇ ਸਾਡੀ ਇਹ ਪਰੰਪਰਾ, ਸਾਡੇ ਸਿਧਾਂਤ, ਇਹ ਗੁਰੂ ਨਾਨਕ ਦੀ ਸੱਚੀ ਪਾਤਸ਼ਾਹੀ ਜਿਹੜੀ ਹੈ ਤਹਿਸ਼ ਨਹਿਸ਼ ਕਰਕੇ ਰੱਖ ਦਿੱਤੀ। ਭਾਈ ਸਾਹਿਬ, ਤੁਸੀਂ ਚੋਣਾਂ ਲੜੋਗੇ SGPC ਦੀਆਂ? ਅਸੀਂ ਲੜਾਂਗੇ। ਪੰਥਕ ਅਕਾਲੀ ਲਹਿਰ ਬਣਾ ਕੇ ਅਸੀਂ ਪਿੰਡ ਘੁੰਮ ਰਹੇ ਹਾਂ। ਅਸੀਂ ਟੱਕਰ ਦੇਵਾਂਗੇ ਬਾਦਲ ਨੂੰ ਪੂਰੀ। ਤੁਸੀਂ ਇੰਨੀਆਂ ਗੱਲਾਂ ਰੱਖੀਆਂ, ਤੁਸੀਂ ਕੀ ਬਦਲੋਗੇ? ਤੁਸੀਂ ਇੰਨਾ ਕੁਛ ਤਾਂ ਰੱਖਤਾ ਵੀ ਕਿੱਥੇ ਤੇ ਨੁਕਸਾਨ ਹੋਊਗਾ, ਤੁਸੀਂ ਕੀ ਬਦਲਾਵ ਲਿਆ ਸਕਦੇ ਹੋ? ਇੱਕ ਤਾਂ 1 ਸਾਲ ਦੇ ਵਿੱਚ ਸਿੱਖਾਂ ਨੂੰ ਪਤਾ ਲੱਗੂਗਾ ਸਾਡੀਆਂ ਜ਼ਮੀਨਾਂ ਕਿੰਨੀਆਂ ਸੀ ਅਤੇ ਕਿੰਨੀਆਂ ਰਹਿ ਗਈਆਂ, ਸਾਡੀ ਜ਼ਮੀਨਾਂ ਦੀ ਆਮਦਨੀ ਕੀ ਸੀ ਅਤੇ ਕੀ ਰਹਿ ਗਈ ਹੈ, ਅਤੇ ਅਸੀਂ ਅੱਗੇ ਤੋਂ ਕੀ ਕਰਨ ਜਾ ਰਹੇ ਹਾਂ। ਦੂਸਰਾ, ਜਿੰਨੀਆਂ ਜ਼ਮੀਨਾਂ ਉਹ ਲਈਆਂ ਹੋਈਆਂ ਨੇ ਚਹੇਤਿਆਂ ਨੇ ਲੀਜ਼ 'ਤੇ, ਉਹ ਛਡਾਵਾਂਗੇ। ਇੱਕ ਗੁਰੂ ਦਾ ਸਿਧਾਂਤ ਜਿਹੜਾ ਜਿਹਦੇ ਸਿਰ 'ਤੇ ਕੌਮ ਜਿਉਂਦੀ ਆ ਅਤੇ ਜਾਗਦੀ ਆ, ਉਹ ਪੰਥ ਅਤੇ ਗ੍ਰੰਥ ਦਾ ਅਤੇ ਮੀਰੀ ਅਤੇ ਪੀਰੀ ਦਾ, ਉਹ ਸਿਧਾਂਤ ਸੁਤੰਤਰ ਹੋਣਗੇ। ਦੂਸਰਾ, ਗੋਲਕ ਦਾ ਪੈਸਾ ਜਿਹੜੇ ਗਰੀਬ ਬੱਚੇ ਸਾਡੇ ਪਿੰਡਾਂ 'ਚ ਰਹਿਣ ਵਾਲੇ ਅਤੇ ਪੰਜਾਬ ਅਤੇ ਹਰਿਆਣਾ, ਦਿੱਲੀ, ਜਿਹੜੇ ਗਰੀਬ ਬੱਚੇ ਨੇ ਪਰ ਹੁਸ਼ਿਆਰ ਨੇ, ਮੈਰਿਟ 'ਤੇ ਆਉਂਦੇ ਨੇ, ਅਸੀਂ ਉਹਨਾਂ ਨੂੰ ਕਾਲਜਾਂ ਦੇ ਵਿੱਚ, ਜਿਹੜੇ ਮੈਡੀਕਲ ਕਾਲਜ ਹੋਵੇ, ਇੰਜੀਨੀਅਰਿੰਗ ਕਾਲਜ ਹੋਵੇ, ਉਹਨਾਂ 'ਚ ਜਾਣ ਲਈ ਸਹੂਲਤ ਦੇਵਾਂਗੇ, ਪੈਸੇ ਦੇਵਾਂਗੇ, ਉਹਨਾਂ ਦੀ ਫੀਸ ਭਰਾਂਗੇ, ਉਹ ਪੜ੍ਹ ਸਕਣ, ਉਹ SSP ਬਣ ਸਕਣ, DC ਬਣ ਸਕਣ, IAS ਅਫਸਰ ਬਣ ਸਕਣ, ਡਾਕਟਰ ਬਣ ਸਕਣ, ਇੰਜੀਨੀਅਰ ਬਣ ਸਕਣ। ਇੱਕ ਅਸੀਂ ਜਿੰਨੀਆਂ ਵੀ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਦੁੱਖ ਦੀਆਂ ਮਾਰੀਆਂ ਨੇ, ਜਿਹੜੀਆਂ ਵਿਧਵਾ ਹੋ ਜਾਂਦੀਆਂ ਨੇ, ਜਾਂ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਰਹਿੰਦਾ, ਜਿਨ੍ਹਾਂ ਦੇ ਕੋਲ ਕੋਈ ਜ਼ਮੀਨ ਨਹੀਂ ਹੁੰਦੀ, ਜਾਂ ਅਸੀਂ ਉਹ ਗੁਰੂ ਘਰ ਦੇ ਵੱਲੋਂ ਉਹਨਾਂ ਨੂੰ, ਹਰੇਕ ਬੀਬੀ ਨੂੰ ਉਹਨਾਂ ਦੇ ਨੇੜੇ ਦੇ ਗੁਰਦੁਆਰੇ 'ਚੋਂ ਰਾਸ਼ਨ ਦੇਵਾਂਗੇ। ਨੰਬਰ 2 'ਤੇ ਜਿਹੜੇ ਵੀ
ਲਾ ਇਲਾਜ ਬਿਮਾਰੀਆਂ ਤੋਂ ਪੀੜਤ ਨੇ ਤੇ ਜਿਨ੍ਹਾਂ ਕੋਲ ਪੈਸਾ ਨਹੀਂ ਦਵਾਈ ਲੈਣ ਲਈ, ਉਹਨਾਂ ਲਈ ਅਸੀਂ ਗੁਰੂ ਘਰ ਦੇ ਹਸਪੀਟਲ ਦੇ ਵਿੱਚੋਂ ਇਲਾਜ ਮੁਹੱਈਆ ਕਰਾਉਣਾ ਯਕੀਨੀ ਬਣਾਵਾਂਗੇ। ਭਾਵੇਂ ਸਾਨੂੰ 10 ਹਸਪੀਟਲ ਬ੍ਰਾਂਚਾਂ ਗੁਰੂ ਰਾਮਦਾਸ ਦੇ ਨਾਂ ਦੀਆਂ ਬਣਾਉਣੀਆਂ ਪੈਣ, ਤੇ ਅਸੀਂ ਉਹਨਾਂ ਨੂੰ ਮੁਕੰਮਲ ਹਸਪੀਟਲ ਬਣਾਵਾਂਗੇ ਜਿੱਥੇ ਫ੍ਰੀ ਇਲਾਜ ਹੋ ਸਕੇ ਕਿਸੇ ਗਰੀਬ ਸਿੱਖ ਦਾ ਜਾਂ ਕਿਸੇ ਵੀ ਲੋੜਵੰਦ ਦਾ। ਭਾਈ ਸਾਹਿਬ, ਹੁਣ ਇਹ ਦਿੱਤੀਆਂ ਸਹੂਲਤਾਂ ਦੀ ਗੱਲ, ਹੁਣ ਆਨੇ ਇਨਸਾਫ ਦੀ ਗੱਲ। ਇੱਕ ਯਕੀਨੀ ਬਣਾਵਾਂਗੇ ਕਿ ਤੀਰਥਾਂ ਤੇ ਜਾਣ ਵਾਲੇ ਸਿੱਖ ਨੂੰ ਬਿਨਾਂ ਕਿਸੇ ਹੀਲ ਹੁज्जत ਦੇ, ਜਿਸ ਤਰ੍ਹਾਂ ਗੁਰਸਿੱਖ ਦੀ ਭਾਸ਼ਾ ਹੋਣੀ ਚਾਹੀਦੀ, ਉਸ ਭਾਸ਼ਾ ਦੇ ਵਿੱਚ ਪ੍ਰੇਮ ਦੇ ਨਾਲ ਕਮਰਾ ਮਿਲੇ ਰਾਤ ਰਹਿਣ ਨੂੰ ਤੇ ਪ੍ਰਸ਼ਾਦਾ ਮਿਲੇ ਛਕਣ ਨੂੰ। ਭਾਈ ਸਾਹਿਬ, ਇਹ ਸਹੂਲਤਾਂ ਦੀ ਗੱਲ ਆ ਗਈ, ਹੁਣ ਗੱਲ ਕਰਨਾ ਇਨਸਾਫ ਦੀ। ਜਦੋਂ ਕੋਈ ਵੀ ਸਿੱਖਾਂ ਦੇ ਇੱਥੇ ਕੋਈ ਵਿਤਕਰਾ ਹੁੰਦਾ ਜਾਂ ਕੁਝ ਵੀ ਇਨਸਾਫ ਨਹੀਂ ਮਿਲਦਾ, ਆਸ ਹੁੰਦੀ ਹੈ ਜਥੇਦਾਰ ਸਾਹਿਬ ਉੱਤੇ ਵੀ ਸ਼ਾਇਦ ਉਹਨਾਂ ਕੋਲ ਜਾਈਏ, ਸਾਨੂੰ ਕੋਈ ਇਨਸਾਫ ਮਿਲ ਜੂਗਾ। ਜਿਹੜੇ ਇਨਸਾਫ ਨਹੀਂ ਮਿਲ ਪਾਈ, ਬਰਗਾੜੀ ਕਾਂਡ ਵੀ ਹੈਗਾ, ਬਾਈਬਲ ਕਲਾਂ ਗੋਲੀ ਵੀ ਚੱਲਦੀ, ਉੱਥੇ ਜਾ ਕੇ ਇਨਸਾਫ ਦੀ ਗੱਲ ਹੋਊਗੀ, ਕਿੱਦਾਂ ਇਹਨਾਂ ਨੂੰ ਜਾ ਕੇ ਤੁਸੀਂ ਜਸਟਿਸ ਦਵਾ ਪਾਓਗੇ? ਦੇਖੋ, ਇੱਕ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜਦੋਂ ਅਸੀਂ ਸਿਧਾਂਤ ਸੁਤੰਤਰ ਕਰਾਂਗੇ, ਇਸ ਮੁਕਾਮ ਤੇ 5 ਸਿੰਘ ਉਹ ਬੈਠਣਗੇ ਜਿਨ੍ਹਾਂ ਤੇ ਕਿਸੇ ਦਾ ਭੈ ਨਹੀਂ ਹੋਊਗਾ। ਭੈ ਹੋਊਗਾ ਤੇ ਗੁਰੂ ਦਾ ਹੋਊਗਾ, ਅਕਾਲ ਪੁਰਖ ਦਾ ਹੋਊਗਾ। ਜਿਹੜੀ ਵਿਧੀ ਵਿਧਾਨ ਤੇ ਸਿਧਾਂਤ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ 5 ਪਿਆਰੇ ਸਾਜੇ, ਉਹਨਾਂ ਨੂੰ ਹਟਾਉਣ ਦਾ, ਉਹਨਾਂ ਨੂੰ ਲਾਉਣ ਦਾ ਨਿਯਮ ਉਹੀ ਹੋਊਗਾ ਜਿਹੜਾ ਦਸਮ ਪਾਤਸ਼ਾਹ ਨੇ ਸਾਨੂੰ ਦਿੱਤਾ। ਬਾਦਲ ਤੋਂ ਪੁੱਛ ਕੇ ਨਹੀਂ ਲਾਵਾਂਗੇ। ਇਹ ਜਿਹੜਾ ਤੁਸੀਂ ਦੱਸਿਆ ਨਾ ਕਿ ਸਿੱਖਾਂ ਤੇ ਜਦੋਂ ਜ਼ੁਲਮ ਹੁੰਦਾ, ਉਦੋਂ ਇਹ ਜਥੇਦਾਰ, ਇਹ ਗਿਆਨੀ ਨਹੀਂ ਬੋਲਦੇ, ਪਰ ਜਦੋਂ ਹਾਰ ਜਾਂਦਾ ਸਾਰਾ ਟੱਬਰ, ਤੈਨੂੰ ਸਭ ਤੋਂ ਪਹਿਲਾਂ ਇਹਨੂੰ ਢਿੱਡ ਪੀੜ ਹੁੰਦੀ ਹੈ ਇਸ ਗਿਆਨੀ ਨੂੰ। ਇਹ ਕਹਿੰਦਾ ਅਕਾਲੀ ਦਲ ਖਤਮ ਹੋ ਗਿਆ। ਵੀ ਜਦੋਂ ਸਾਡੀ ਕੌਮ ਜਿਹੜੀ ਆ ਰਾਹ ਰੋਕ ਕੇ ਬੈਠੀ ਸੀ, ਗੁਰੂ ਗ੍ਰੰਥ ਸਾਹਿਬ ਦੀ ਪੱਤ ਰੁਲ ਗਈ, ਬੱਚੇ ਗੋਲੀਆਂ ਨਾਲ ਸ਼ਹੀਦ ਕਰਤੇ ਜਿਹੜੇ ਬੈਠੇ, ਉਦੋਂ ਰਾਜ ਬਾਦਲ ਦਾ ਸੀਗਾ, ਅਕਾਲੀ ਦਲ ਦਾ ਸੀਗਾ। ਉਦੋਂ ਤੂੰ ਕਿੱਥੇ ਮਰਿਆ ਸੀ? ਉਦੋਂ ਤੇਰੇ ਜ਼ੁਬਾਨ ਤੇ ਸੱਪ ਕਿਉਂ ਲੜ ਗਿਆ? ਉਦੋਂ ਤੂੰ ਕਿਉਂ ਨਹੀਂ ਬੋਲਿਆ? ਇਹੀ ਵਜ੍ਹਾ ਆ ਜਿਹਦੀ ਵਜ੍ਹਾ ਨਾਲ ਸਾਨੂੰ ਲੋੜ ਆ ਕਿ ਅਸੀਂ ਇਲੈਕਸ਼ਨ ਹੋਣ, ਅਸੀਂ ਕੌਮ ਦੀ ਹੋਣੀ ਨੂੰ ਆਪਣੀ ਨੌਜਵਾਨ ਪੀੜ੍ਹੀ 'ਤੇ ਸੁੱਟੀਏ। ਉਹ ਆਪਣੇ ਮੋਢਿਆਂ 'ਤੇ ਭਾਰ ਚੁੱਕਣ। ਇਹਦਾ ਦਸਮ ਪਾਤਸ਼ਾਹ ਦੀ ਖਾਲਸਾ ਧਰਮ ਨੂੰ ਜਿਉਂਦਾ ਰੱਖਣ ਲਈ ਆਪਣੀ ਸ਼ਹਾਦਤ ਦੇਣ ਤੱਕ, ਕੁਰਬਾਨ ਹੋਣ ਤੱਕ ਤਿਆਰ ਰਹਿਣ। ਅੱਛਾ ਭਾਈ ਸਾਹਿਬ, ਜੋ ਤੁਹਾਡੇ ਮੈਂਬਰ ਹੋਣਗੇ, ਕੀ ਉਹ ਸਿਆਸੀ ਪਾਰਟੀ ਵਿੱਚ ਕਿਸੇ ਨੂੰ ਲਾਓਗੇ ਜਾਂ ਤੁਸੀਂ ਕਦੀ ਵੀ ਸਿਆਸਤ ਵਾਲੇ ਪਾਸੇ ਜਾਓਗੇ? ਕਿਉਂਕਿ ਸ਼੍ਰੋਮਣੀ ਅਕਾਲੀ ਦਲ, ਬਾਦਲ ਤੇ SGPC ਹਮੇਸ਼ਾ ਇਸ ਉੱਪਰ ਲੱਗਦਾ ਰਿਹਾ ਵੀ ਦੋਨੋਂ ਦੀ ਧਿਰਾਂ ਕਾਬਜ ਹੈਗੀਆਂ ਨੇ, ਇਸ ਨੂੰ ਅਲੱਗ-ਅਲੱਗ ਹੋਣਾ ਚਾਹੀਦਾ, ਧਰਮ ਅਲੱਗ ਤੇ ਸਿਆਸਤ ਅਲੱਗ। ਅੱਜ ਪ੍ਰਬੰਧਕ ਕਮੇਟੀ ਜਿਹੜੀ ਆ, ਉਹ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਪਰਿਵਾਰ ਦੀ ਲਈ ਇੱਕ ਪਲੇਟਫਾਰਮ ਬਣੀ ਹੋਈ ਹੈ। ਕਿਸੇ ਸਿੱਖ ਨੂੰ ਮਾਣ ਆ ਤੇ ਉਹ ਬਾਦਲ ਦੇ ਚਹੇਤੇ ਨੂੰ ਮਾਣ ਆ ਕਿ ਇਹ ਕਮੇਟੀ ਸਾਡੀ ਆ, ਇੱਥੇ ਸਾਡੀ ਚੱਲਦੀ ਆ। ਆਮ ਸਿੱਖ ਨੂੰ ਨਹੀਂ। ਆਮ ਸਿੱਖ ਨੇ ਅਖੰਡ ਪਾਠ ਵੀ ਕਰਾਉਣਾ ਹੋਵੇ ਤਾਂ ਉਹਨੂੰ ਵੀ ਦਿੱਕਤਾਂ ਆਉਂਦੀਆਂ ਨੇ, ਉੱਥੇ ਵੀ ਉਹਦੀ ਨਹੀਂ ਸੁਣੀ ਜਾਂਦੀ। ਅਸੀਂ ਪ੍ਰਬੰਧਕ ਕਮੇਟੀ ਦੇ ਵਿੱਚ ਕਿਸੇ ਵੀ ਪੋਲੀਟੀਕਲ ਬੰਦੇ ਨੂੰ ਐਂਟਰ ਨਹੀਂ ਹੋਣ ਦਿਆਂਗੇ, ਪਹਿਲੀ ਗੱਲ। ਦੂਸਰਾ, ਹਰੇਕ ਸਿੱਖ ਭਾਵੇਂ ਕਿਸੇ ਪਾਰਟੀ ਨਾਲ ਸੰਬੰਧਿਤ ਹੋਵੇ, ਆਮ ਆਦਮੀ ਨਾਲ ਹੋਵੇ, ਖਾਸ ਆਦਮੀ ਨਾਲ ਹੋਵੇ, ਭਾਜਪਾ ਨਾਲ ਹੋਵੇ, ਕਾਮਰੇਡ ਹੋਵੇ, ਬਸਪਾ ਨਾਲ ਹੋਵੇ, ਅਕਾਲੀ ਦਲ ਨਾਲ ਹੋਵੇ, ਕਾਂਗਰਸ ਨਾਲ ਹੋਵੇ, ਅਸੀਂ ਹਰੇਕ ਸਿੱਖ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਆਪਣੀ ਚੁਆਇਸ ਦੀਆਂ ਪਾਰਟੀਆਂ 'ਚ ਜਾ ਰਹੇ ਹੋ, ਆਪਣੀ ਮਰਜ਼ੀ ਅਨੁਸਾਰ ਜਾ ਰਹੇ ਹੋ, ਆਪਣੀਆਂ ਲੋੜਾਂ ਪੂਰੀਆਂ ਕਰਨ ਜਾ ਰਹੇ ਹੋ, ਪਰ ਤੁਸੀਂ ਉਹਦੇ ਬਾਵਜੂਦ ਆਪਣਾ ਸਰੂਪ ਨਹੀਂ ਬਦਲਿਆ, ਧਰਮ ਨਹੀਂ ਬਦਲਿਆ। ਧਰਮ ਤੁਸੀਂ ਆਪਣਾ ਇੱਕੋ ਰੱਖਿਆ। ਤੁਹਾਡਾ ਮੱਥਾ ਗੁਰੂ ਨਾਨਕ ਦੇ ਅੱਗੇ ਟਿਕਦਾ, ਗੁਰੂ ਗ੍ਰੰਥ ਸਾਹਿਬ ਅੱਗੇ ਟਿਕਦਾ। ਉਸ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਸੰਭਾਲਣ ਲਈ ਧਾਰਮਿਕ ਵੋਟ ਸਾਨੂੰ ਦੇ ਦਿਓ, ਤੇ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦਾ ਕਿ ਮੈਂ ਉੱਥੇ ਰਾਜਨੀਤੀ ਨਾ ਕਰੂੰਗਾ, ਨਾ ਹੋਣ ਦਊਂਗਾ। ਇਹ ਮੈਂ ਪ੍ਰੋਮਿਸ ਕਰਦਾ। ਅਸੀਂ ਰਾਜਨੀਤੀ ਨਾ ਆਪ ਕਰਾਂਗੇ, ਨਾ ਕਿਸੇ ਨੂੰ ਕਰਨ ਦਿਆਂਗੇ, ਇਜਾਜ਼ਤ ਦਿਆਂਗੇ। ਇਸ ਤਰ੍ਹਾਂ ਦਾ ਨਿਜ਼ਾਮ ਬਣਾਵਾਂਗੇ। ਜੇ ਤੁਸੀਂ ਗੱਲ ਕਹਿ ਹੋ ਵਾਕਈ, ਕਿਉਂਕਿ ਮੈਂ ਸਵਾਲ ਤੁਹਾਨੂੰ ਤਾਂ ਕਹਿੰਦਾ, ਪਿਛਲੀ ਵਾਰ ਵੀ ਇੱਕ ਸਵਾਲ ਆਇਆ ਸੀ, ਮੈਨੂੰ ਹੁਣ ਯਾਦ ਆ ਗਿਆ, ਜਦੋਂ ਆਪਾਂ ਇੰਟਰਵਿਊ ਕੀਤਾ ਸੀ, ਥੱਲੇ ਲੋਕੀ ਕਮੈਂਟ ਕਰਕੇ ਸਵਾਲ ਵੀ ਕਰਦੇ ਨੇ ਵੀ ਭਾਈ ਸਾਹਿਬ ਨੇ ਸਵਾਲ ਪੁੱਛੀਏ। ਤੁਸੀਂ ਜਥੇਦਾਰ ਰਹੇ ਹੋ, ਜਦੋਂ ਤਨਖਾਹ ਦੀ ਗੱਲ ਆਉਂਦੀ ਹੈ, ਕਿ ਤੁਸੀਂ ਤਨਖਾਹ ਲਈ ਸੀ ਕਿ ਛੱਡੀ ਸੀ? ਕੋਈ ਮੈਨੂੰ ਸਾਬਤ ਕਰ ਦੇਵੇ ਕਿ ਮੈਂ ਇੱਕ ਨਿੱਕਾ ਪੈਸਾ ਮੇਰੇ ਅਕਾਊਂਟ 'ਚ ਇਸ ਕਮੇਟੀ ਦਾ ਆਇਆ ਹੋਵੇ, ਜਾਂ ਮੈਂ ਕੈਸ਼ ਲਿਆ ਹੋਵੇ, ਰਸੀਦ ਦਿੱਤੀ ਹੋਵੇ, ਤੇ ਮੇਰੀ ਗਰਦਨ ਤੇ ਕੌਮ ਦੀ ਤਲਵਾਰ, ਇਹ ਤੋਂ ਵੱਡੀ ਕੋਈ ਗੱਲ ਨਹੀਂ ਹੁੰਦੀ। ਮੈਂ ਕੋਈ ਤਨਖਾਹ ਨਹੀਂ ਲਈ, ਔਰ ਜਥੇਦਾਰ ਹੋ ਕੇ ਤਨਖਾਹ ਲੈਣੀ ਹੈ ਤੇ ਜਥੇਦਾਰ ਨਹੀਂ ਬਣਨਾ ਚਾਹੀਦਾ। ਮੁੱਖ ਦੀ ਗੱਲ ਹੈ। ਸੰਗਤਾਂ ਇੰਨਾ ਪਿਆਰ ਦਿੰਦੀਆਂ ਨੇ, ਇੰਨਾ ਕੁਛ ਸੌਂਪ ਦਿੰਦੀਆਂ, ਤੁਹਾਨੂੰ ਭੁੱਖ ਨਹੀਂ ਰਹਿ ਜਾਂਦੀ। ਤੁਸੀਂ ਪ੍ਰਬੰਧਕ ਕਮੇਟੀ ਦੀ ਗੁਲਾਮੀ ਨਹੀਂ ਕਰਨੀ,
ਜੇ ਤੁਸੀਂ ਜਥੇਦਾਰੀ ਕਰ ਸਕਦੇ ਹੋ ਤੇ, ਕਿਉਂਕਿ ਨਾ ਪ੍ਰਬੰਧਕ ਕਮੇਟੀ ਦੇ ਐਕਟ ਦੇ ਵਿੱਚ ਉਹ ਨੌਕਰ ਆ ਤੇ ਨਾ ਗੁਰੂ ਨਾਨਕ ਨੇ ਬਣਾਇਆ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਬਣਾਇਆ ਸੀ। ਜਿਹੜਾ ਜਥੇਦਾਰ ਹੈ ਪੰਜਾਂ ਪਿਆਰਿਆਂ ਦਾ ਹਿੱਸਾ ਹੈ, ਕੰਗ ਆ, ਪੰਜ ਪਿਆਰਿਆਂ ਚੋਂ ਇੱਕ ਆ। ਪੰਜ ਪਿਆਰੇ ਕਦੀ ਵੀ ਤਨਖਾਹੀਏ ਨਹੀਂ ਹੋਏ। ਸਿੱਖਾਂ 'ਚ ਜਿਨਸੀ ਸਿੱਖ, ਤਨਖਾਹੀਏ ਸਿੱਖ ਤੇ ਇੱਕ ਗੁਰੂ ਨੂੰ ਪਿਆਰ ਕਰਨ ਵਾਲੇ ਸਿੱਖ, ਆਜ਼ਾਦ ਸਿੱਖ, ਜਿਹੜੇ ਸੁਤੰਤਰ ਸਿੱਖ, ਇਹ ਗਿਣਤੀ ਆਉਂਦੀ ਆ। ਪਰ ਅਸੀਂ ਕੋਈ, ਸਾਨੂੰ ਕਮੇਟੀ ਅਜੇ ਤੱਕ ਸਾਬਤ ਕਰ ਦੇਵੇ ਅਸੀਂ ਕਿਤੋਂ 10 ਰੁਪਏ ਦੀ ਵੀ ਰਸੀਦ ਕੱਢ ਦੇਵੇ ਸਾਨੂੰ ਕਮੇਟੀ 'ਚੋਂ, ਇੰਨਾ ਦੇ ਖਿਲਾਫ ਬੋਲੇ ਆ। ਕਿਤੇ ਉਹਨਾਂ ਮੈਨੂੰ ਕੱਢਿਆ ਤੇ ਕਹਿੰਦੇ ਕਰਪਸ਼ਨ ਕਰਦਾ ਸੀ, ਵੀ ਮੈਂ ਤਨਖਾਹ ਹੀ ਨਹੀਂ ਲਈ ਉੱਥੋਂ, ਤੇ ਜੇ ਕਰਪਸ਼ਨ ਕੀਤੀ ਹੈ ਤੂੰ ਨੰਗਾ ਕਰੋ। ਜਿੱਥੇ ਤੁਸੀਂ ਸਭ ਤੋਂ ਜ਼ਿਆਦਾ ਬੋਲਦੇ ਹੋ, ਸਟੇਜਾਂ 'ਤੇ ਬੋਲਦੇ ਹੋ ਜਾ ਕੇ, ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਤੁਸੀਂ ਲਗਾਤਾਰ ਬੋਲਦੇ ਹੋ ਵੀ ਨਹੀਂ ਕਾਬਜ਼ ਹੋਣਾ ਚਾਹੀਦਾ। ਕਿ ਸਿਆਸੀ ਪਾਰਟੀ, ਦੂਸਰੇ ਪਾਸੇ SGPC, ਇਹ ਦੋਨਾਂ ਦਾ ਕਿਤੇ ਨਿਯਮ ਜਾਂ ਕਾਨੂੰਨ ਹੈਗਾ ਵੀ ਦੋਨੋਂ ਹੀ, ਜਾਂ ਸ਼੍ਰੋਮਣੀ ਅਕਾਲੀ ਦਲ ਵੀ ਜਾ ਕੇ ਉੱਥੇ ਚੋਣਾਂ ਲੜ ਸਕਦੀ ਹੈ SGPC ਦੇ ਵਿੱਚ, ਇਹ ਨਿਯਮ ਹੈ ਕਿਤੇ? ਨਹੀਂ, ਇਹ ਅਸਲ ਵਿੱਚ ਅਕਾਲ ਪੁਰਖ ਸੱਚਾ ਵਾਹਿਗੁਰੂ ਸੱਚਾ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਨਿਗਾਹ ਦੇ ਵਿੱਚ ਜੋ ਸੰਕਲਪ ਸੀਗਾ, ਗੁਰੂ ਨਾਨਕ ਦੀ ਨਿਗਾਹ 'ਚ ਅਕਾਲ ਪੁਰਖ ਸੱਚਾ ਵਾਹਿਗੁਰੂ ਸੱਚਾ ਪਾਤਸ਼ਾਹ, ਜੇ ਤੂੰ ਮੀਰ ਮਹੀਪਤ ਸਾਹਿਬ ਕੁਦਰਤ ਕਵਣ ਹਮਾਰੀ, ਚਾਰੋਂ ਕੁੰਟ ਸਲਾਮ ਕਰਹਿ ਗਏ ਘਰ ਘਰ ਸਿਫਤ ਤੁਮਾਰੀ। ਇਹ ਅਕਾਲ ਪੁਰਖ ਨੂੰ ਸੱਚਾ ਪਾਤਸ਼ਾਹ ਮੰਨ ਕੇ ਗੁਰੂ ਨਾਨਕ ਨੇ ਕਿਹਾ। ਉਸ ਅਕਾਲ ਸੱਚੇ ਵਾਹਿਗੁਰੂ ਦਾ ਪੈਗਾਮ ਦੇਣ ਵਾਲਾ ਪੈਗੰਬਰ ਸਾਡਾ ਪੀਰ ਗੁਰੂ, ਪੈਗਾਮ ਅਕਾਲ ਪੁਰਖ ਦਾ, ਤਖਤ ਉਹਦਾ, ਤੇ ਇਹਦੇ ਵਿੱਚ ਰਾਜਨੀਤੀ ਕਿਹੜੀ ਆ ਤੇ ਧਰਮ ਕਿਹੜਾ, ਸਾਨੂੰ ਸਮਝਾ ਦਿਓ। ਮੀਰ ਤੇ ਪੀਰ ਦਾ ਕਨਸੈਪਟ ਆ, ਮੀਰ ਦਾ ਪੈਗਾਮ ਪੀਰ ਦਿੰਦਾ ਇਸ ਤਖਤ ਤੋਂ, ਮੀਰ ਪੀਰ ਦਾ ਕਨਸੈਪਟ ਹੈ। ਤੇ ਇਹਦੇ ਵਿੱਚ ਧਰਮ ਕਿਹਨੂੰ ਕਹੋਗੇ, ਗੁਰੂ ਨੂੰ ਜਾਂ ਅਕਾਲ ਪੁਰਖ ਨੂੰ? ਅਸਲ ਵਿੱਚ ਪਰਮਾਤਮਾ ਦੀ ਪ੍ਰਭੂ ਸੱਤਾ ਸੰਪੰਨ ਇੱਕੋ ਹੀ ਰਾਜਨੀਤੀ ਆ, ਉਹ ਸੱਚੀ ਆ, ਉਹਦਾ ਕੋਈ ਦਵੰਦ ਹੈ ਹੀ ਨਹੀਂ। ਉਹ ਰਾਜਨੀਤੀ ਜੀ ਕੇ ਦੇਖੀਏ ਗੁਰੂ ਤੇਗ ਬਹਾਦਰ ਸਾਹਿਬ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਦਸਮ ਪਾਤਸ਼ਾਹ ਨੇ, ਉਹਦੇ ਬੱਚਿਆਂ ਨੇ, ਹਜ਼ਾਰਾਂ ਸਿੱਖਾਂ ਨੇ। ਇੱਕ ਰਾਜਨੀਤੀ ਹੈ ਜਿਹੜੀ ਔਰੰਗਜ਼ੇਬ ਦੀ ਰਾਜਨੀਤੀ ਹੈ। ਗੁਰੂ ਨਾਨਕ ਦੀ ਰਾਜਨੀਤੀ 'ਚ ਅਕਾਲ ਪੁਰਖ ਦੀ ਪ੍ਰਭੂ ਸੱਤਾ ਸੰਪੰਨ ਰਾਜਨੀਤੀ ਦੇ ਵਿੱਚ ਖਲਕਤ ਲਈ, ਕੌਮ ਲਈ, ਧਰਮ ਲਈ, ਦੁਨੀਆ ਲਈ, ਮਜ਼ਲੂਮਾਂ ਲਈ ਸਰੀਰ ਦਾ ਦਾਨ ਦੇਣਾ ਪਵੇ ਤੇ ਦੇ ਦਿੰਦੇ ਹੋ, ਦਿਓ, ਉਹ ਤੁਹਾਡਾ ਫਰਜ਼ ਬਣਦਾ ਹੈ। ਪਰ ਜਿਹੜੀ ਦੁਨਿਆਵੀ ਤੇ ਝੂਠੀ ਪਾਤਸ਼ਾਹੀ, ਉਹਦੇ ਵਿੱਚ ਰਾਜ ਭਾਗ ਪ੍ਰਾਪਤ ਕਰਨ ਲਈ ਪਿਓ ਨੂੰ ਕੈਦ ਕਰਕੇ ਭਰਾ ਨੂੰ ਕਤਲ ਕਰਨਾ ਪਵੇ ਤੇ ਕਰ ਦਿੰਦੇ ਆ। ਇੰਨਾ ਕੁ ਫਰਕ ਹੈ। ਸਾਡੇ ਉਹ ਔਰੰਗਜ਼ੇਬ ਦੀ ਰਾਜਨੀਤੀ ਹੈ ਨਹੀਂ। ਪਰ ਦੁੱਖ ਦੀ ਗੱਲ ਇਹ ਆ ਵੀ ਸਾਡੇ ਸਾਰੇ ਹੀ ਜਿੰਨੇ ਇਹ ਕਾਬਜ਼ ਹੋਏ ਬੈਠੇ ਨੇ, ਇਹ ਧਰਮੀ ਨਹੀਂ ਹੈਗੇ, ਇਹ ਔਰੰਗਜ਼ੇਬ ਦੀਆਂ ਰੂਹਾਂ ਨੇ। ਇਹਨਾਂ ਦਾ ਅਕਾਲ ਪੁਰਖ ਨਾਲ, ਉਹਦੇ ਸ਼ਬਦ ਦੇ ਨਾਲ, ਇਹਨਾਂ ਦੀ ਸੁਰਤ ਦੇ ਨਾਲ ਕੋਈ ਵਾਸਤਾ ਨਹੀਂ। ਇਹ ਨਿਰੋਲ ਅੰਦਰੋਂ ਸੁੱਕੇ ਜੀਵਨ ਵਾਲੇ ਤੇ ਇਹ ਅਖਲਾਕ ਤੋਂ ਟੁੱਟੇ ਹੋਏ ਵਿਅਕਤੀ ਨੇ, ਜਿਹੜੇ ਨੀਲੀਆਂ ਪੱਗਾਂ ਬੰਨ੍ਹ ਕੇ ਇੱਥੇ ਕਾਬਜ਼ ਹੋ ਗਏ ਤੇ ਆਪਣਾ ਗੰਦ ਖਿਲਾਰ ਕੇ ਗੁਰੂ ਘਰ 'ਚ ਤੇ ਮੁਜ਼ਾਹਰਾ ਕਰਕੇ ਉਹਦਾ ਜਾ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਇਹਨਾਂ ਬੋਲਣ ਦੇ ਨਾਲ ਲੱਗਦਾ ਤੁਸੀਂ ਜਥੇਦਾਰ ਬਣ ਜਾਓਗੇ ਜਾਂ ਤੁਸੀਂ ਜਿੱਤ ਜਾਓਗੇ ਚੋਣਾਂ ਦੇ ਵਿੱਚ? ਜਥੇਦਾਰ ਬਣਨ ਦਾ ਦਾਅਵਾ ਕਦੋਂ ਕੀਤਾ? ਜਥੇਦਾਰ ਬਣਾਉਣਾ ਮੈਨੂੰ ਕੌਮ ਨੇ ਬਣਾਉਣਾ, ਨਾ ਬਾਦਲ ਦੀ ਹਿੰਮਤ ਹੈ ਰੋਕਣ ਦੀ, ਨਾ ਕਿਸੇ ਹੋਰ ਦੀ। ਜਥੇਦਾਰ ਬਣਾਉਣਾ ਜਾਂ ਬਣਨਾ ਜਿਹੜਾ, ਇਹ ਬਾਅਦ ਦੀਆਂ ਗੱਲਾਂ ਨੇ। ਗੱਲ ਇਹ ਆ ਕਿ ਸਾਡਾ ਸਿਧਾਂਤ ਜਿਉਂਦਾ, ਜੇ ਸਿਧਾਂਤ ਦੇ ਵਿੱਚ ਕੋਈ ਸੇਵਾ ਕਰ ਸਕੇ ਜਾਂ ਉਹ ਤੋਂ ਕੋਈ ਹਾਸਲ ਕਰ ਸਕੇ ਸਿਧਾਂਤ ਤੋਂ, ਲੜਾਈ ਉਹ ਆ ਸੱਚ ਦੀ। ਇਹਦਾ ਮਤਲਬ ਇਹ ਨਹੀਂ ਗਾ ਕਿ ਮੈਂ ਬਾਦਲ ਦੇ ਖਿਲਾਫ ਬੋਲਿਆ ਤੇ ਮੈਨੂੰ ਇਹ ਨਹੀਂ ਸਮਝ ਨਹੀਂ ਗਈ, ਜਾਂ ਮੈਂ ਜੇ ਜਥੇਦਾਰ ਬਣਨਾ ਤੇ ਬਾਦਲ ਦੇ ਪੈਰੀ ਪਾਵਾਂ ਜਾ ਕੇ। ਇਹ ਕੌਣ ਹੈ, ਕੀ ਚੀਜ਼ ਹੈ ਇਹ ਜਿਹੜੇ ਭੂਪਤ ਰਾਜੇ ਦਿਵਸ ਰਾਜ ਕੇ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ, ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ ਨਾਮ ਰੱਤੇ ਪਾਤਸ਼ਾਹ। ਸਿੱਖਾਂ 'ਚ ਪਾਤਸ਼ਾਹ ਕੌਣ ਹੈ, ਇਹਦੀ ਤੁਹਾਨੂੰ ਸਮਝ ਨਹੀਂ ਹਾਲੀ, ਤੁਹਾਨੂੰ ਇਸ ਮਰਿਆਦਾ ਦਾ ਪਤਾ ਨਹੀਂ। ਅਸੀਂ ਕੋਈ ਵੀ ਸਿੱਖ ਇੰਨੀਆਂ ਪੁਰਾਤਨ ਸਿੱਖਾਂ 'ਚ ਲੜਾਈਆਂ ਹੋਈਆਂ, ਇੰਨਾ ਜੱਦੋ ਜਹਿਦ ਹੋਈ, ਤੇ ਉਹ ਜਥੇਦਾਰ ਬਣ ਲਈ ਹੋਈ ਸੀ। ਜਥੇਦਾਰ ਜਿਉਂਦਾ ਹੀ ਕੋਈ ਬਣੂਗਾ। ਜਿਹੜੇ ਤਲਵਾਰ ਚੁੱਕ ਕੇ ਤੁਰ ਪੈਂਦੇ ਨੇ, ਉਹ ਇਹ ਸੋਚ ਕੇ ਜਾਂਦੇ ਨੇ ਕਿ ਮੈਂ ਜਥੇਦਾਰ ਬਣੂਗਾ। ਨਹੀਂ ਹੁੰਦਾ ਨਾ, ਜਿਵੇਂ ਤੁਸੀਂ ਕਹਿੰਦੇ ਸੁਧਾਰ ਕਰਾਂਗੇ, ਇਹ ਵੀ ਤਾਂ ਹੁੰਦਾ ਮਨ 'ਚ ਵੀ ਸੁਧਾਰ ਤਾਂ ਕਰਾਂਗੇ ਜੇ ਪਹੁੰਚਾਂਗੇ ਉੱਥੇ। ਜਦੋਂ ਉੱਥੇ ਪਹੁੰਚਾਂਗੇ ਤਾਂ ਉਦੋਂ ਸੁਧਾਰ ਮੈਂ ਕਰਾਂ ਜਾਂ ਮੇਰੇ ਨਾਲ ਮੇਰਾ ਹਮ ਖਿਆਲ ਕੋਈ ਉੱਥੇ ਬੈਠ ਕੇ ਹੋਰ ਕਰੇ, ਇੱਕੋ ਹੀ ਗੱਲ ਹੈ। ਅੱਛਾ, ਮੈਂ ਆਖਰੀ ਕਮੈਂਟ ਕਰਨਾ, ਬਿਲਕੁਲ ਆਖਰੀ ਕਮੈਂਟ ਹੈ। ਜੋ ਬਿਆਨਬਾਜ਼ੀ ਹੁੰਦੀ ਹੈ ਸਿਆਸਤ ਨੂੰ ਲੈ ਕੇ, ਕਹਿੰਦੇ ਵੀ ਸਿਆਸਤ ਕਦੀ ਵੀ ਧਰਮ ਵਿੱਚ ਨਹੀਂ ਜਾਣੀ ਚਾਹੀਦੀ। ਦੂਸਰੇ ਪਾਸੇ ਜਿਵੇਂ ਜਥੇਦਾਰ ਸਾਹਿਬ ਬਿਆਨ ਦਿੰਦੇ ਨੇ, ਮੇਰਾ ਸਵਾਲ ਜੋ ਸ਼ੁਰੂ ਵਿੱਚ ਕੀਤਾ ਸੀ
ਕਿਉਂ ਜੇ ਪੂਰੇ ਕੌਮ ਦੇ ਜਥੇਦਾਰ ਨੇ ਫਿਰ ਇੱਕ ਸਿਆਸੀ ਪਾਰਟੀ ਨੂੰ ਲੈ ਕੇ ਕਿਉਂ ਬਿਆਨਬਾਜ਼ੀ ਕਰਦੇ ਨੇ? ਦੂਸਰੇ ਪਾਸੇ ਅਹਿਮ ਸਵਾਲ ਹੈ, ਇਸ ਤਰੀਕੇ ਨਾਲ ਖੁੱਲ੍ਹੀ ਬਿਆਨਬਾਜ਼ੀ ਕਰਦੇ ਨੇ ਵੀ ਸ਼੍ਰੋਮਣੀ ਅਕਾਲੀ ਦਲ 3 ਸੀਟਾਂ ਤੇ ਰਹਿ ਗਈ ਹੈ, ਸਿੱਖਾਂ ਲਈ ਘਾਤਕ ਹੈ। ਉਹ ਸੰਦੇਸ਼ ਕੀ ਦੇਣਾ ਚਾਹੁੰਦੇ ਨੇ, ਉਹ ਕਹਿਣਾ ਕੀ ਚਾਹੁੰਦੇ ਨੇ? ਦੇਖੋ ਉਹ ਕੀ ਕਹਿਣਾ ਚਾਹੁੰਦਾ ਮੈਨੂੰ ਉਹਦੇ ਬਾਰੇ ਨਹੀਂ ਪਤਾ, ਪਰ ਉਹ ਬਾਦਲ ਦੀ ਬੋਲੀ ਬੋਲ ਰਿਹਾ, ਬਾਦਲ ਦਾ ਸਿਖਾਇਆ ਤੇ ਤਰਿਆ। ਕੌਮ ਜਿਹੜੀ ਕੌਮ ਨੇ ਕਿਸੇ ਨੂੰ ਹਰਾਇਆ ਤੇ ਉਹ ਇਹ ਦੇਖ ਕੇ ਹਰਾਇਆ ਵੀ ਇਹ ਕੌਣ ਆ, ਤੇ ਕੌਮ ਨੂੰ ਪਤਾ ਵੀ ਅਕਾਲੀ ਦਲ ਕਿੱਥੇ ਆ ਤੇ ਅਕਾਲੀ ਦਲ ਦਾ ਮਾਲਕ ਕੌਣ ਆ ਤੇ ਅਕਾਲੀ ਦਲ ਤੇ ਚੱਲਿਆ ਕੌਣ ਹੈ, ਉਹਦੇ ਨਿਯਮ ਤੇ ਕੌਣ ਚੱਲੇ, ਕੌਮ ਜਾਣਦੀ ਹੈ। ਕਿਉਂਕਿ ਕੌਮ ਨੇ ਦਰਦ ਹੰਡਾਇਆ, ਕੌਮ ਨੇ ਮਾਰ ਖਾਧੀ ਹੈ ਤੇ ਮਾਰ ਪਵਾਈ ਇਹਨਾਂ ਲੀਡਰਾਂ ਨੇ। ਸਾਡੇ 80 ਤੋਂ ਲੈ ਕੇ ਮੋਰਚੇ ਲੱਗੇ, 45 ਮੰਗਾਂ ਲੈ ਕੇ, ਚੰਡੀਗੜ੍ਹ ਪੰਜਾਬ ਦਾ, ਪਾਣੀ ਪੰਜਾਬ ਦਾ, ਜਮ੍ਹਾਂ ਰਾਸ਼ੀ ਬੈਂਕਾਂ ਦੀ ਪੰਜਾਬ ਨੂੰ ਮਿਲਣੀ ਤੇ ਉਹਦੇ ਪੰਜਾਬ 'ਚ ਵਰਤੀ ਜਾਣੀ ਚਾਹੀਦੀ। ਕਿੱਥੇ ਗਈਆਂ ਅਜੇ ਲੋੜਾਂ? ਕਿੱਥੇ ਗਏ ਇਹ ਸਾਰੇ ਜੋ ਅਪਰੋਚ ਸੀਗੀ ਜਿਹੜੀ ਜਿਨ੍ਹਾਂ ਨੇ ਮੋਰਚੇ ਲੱਗੇ? 15 ਸਾਲ ਇੱਥੇ ਜਵਾਨੀ ਇੰਨੀ ਗੋਲੀ ਨਾਲ ਮਾਰੀ ਗਈ, 15 ਸਾਲ ਅਕਾਲ ਤਖਤ ਢਹਿ ਗਿਆ, ਸਾਡੀ ਪੱਤ ਰੋਲੀ ਸਾਰੇ ਹਿੰਦੁਸਤਾਨ 'ਚ ਰੋਲੀ ਸਾਡੇ ਦੁਸ਼ਮਣਾਂ ਨੇ। ਇਹ 15 ਸਾਲ ਰਾਜ ਕਰ ਗਿਆ ਇਹ ਬੁੱਢਾ ਜਿਹਨੂੰ ਤੁਸੀਂ ਨੀਲੀ ਪੱਗ ਵਾਲਾ ਅਕਾਲੀ ਦਲ ਤੇ ਕਾਲੀ ਕਹਿ ਕੇ ਬੋਲਦੇ ਹੋ। ਇਹ ਹੀ ਦੱਸ ਸਕਦਾ ਵੀ ਕਿਹੋ ਜਿਹਾ ਅਕਾਲੀ ਹੈ। ਇਹ ਜਿਹੜਾ ਵਿਗਿਆਨੀ ਜੋ ਕੁਛ ਵੀ ਬੋਲਦਾ, ਇਹ ਤੇ ਸਾਰੇ ਲੋਕ ਸਮਝ ਚੁੱਕੇ ਵੀ ਕੌਣ ਆ ਤੇ ਕਾਹਦੇ ਲਈ ਬੋਲਦਾ ਤੇ ਕੌਣ ਬੁਲਾਉਂਦਾ ਇਹਨੂੰ। ਇਹ ਜਥੇਦਾਰ ਨਹੀਂ ਹੈਗਾ ਕੌਮ ਦਾ, ਇਹ ਬਾਦਲ ਦਾ ਜਥੇਦਾਰ ਨਹੀਂ ਜੀ। ਉਹ ਜਿਵੇਂ ਬੁਲਾਉਂਦਾ ਬੋਲੀ ਜਾਂਦਾ। ਇਹਦਾ ਕਬਜ਼ਾ ਹੈ ਅਕਾਲ ਤਖਤ 'ਤੇ, ਕਿਉਂਕਿ ਇੱਕ ਵਿਧੀ ਵਿਧਾਨ ਅਨੁਸਾਰ ਪ੍ਰਬੰਧਕ ਕਮੇਟੀ ਦੀ ਰਾਹੀਂ ਇਹਨੇ ਉਹ ਕਬਜ਼ਾ ਜਿਹੜਾ ਕੀਤਾ ਹੈ। ਉਹਦੇ ਵਿੱਚ ਅਸੀਂ ਲੜਾਈ ਨਹੀਂ ਪਾਉਣੀ ਚਾਹੁੰਦੇ ਸਿੱਖਾਂ ਦੀ, ਤਲਵਾਰਾਂ ਲੈ ਕੇ ਅਸੀਂ ਉੱਥੇ ਜਾਈਏ, ਕਬਜ਼ੇ ਛਡਾਈਏ, ਇਸ ਤਰ੍ਹਾਂ ਕਰੀਏ। ਅਸੀਂ ਸੋਚਦੇ ਹਾਂ ਕਿ ਜਿਸ ਵਿਧੀ ਵਿਧਾਨ ਅਨੁਸਾਰ ਇਹ ਕਮੇਟੀ ਗਈ ਉਸੇ ਤਰ੍ਹਾਂ ਵਾਪਸ ਆਵੇ। ਜਥੇਦਾਰ ਦੇ ਸ਼ਬਦ ਨੂੰ ਜਥੇਦਾਰ ਮੰਨਦੇ ਹੋ ਤੁਸੀਂ, ਸਤਿਕਾਰ ਕਰਨਾ ਇਸ ਸ਼ਬਦ ਨੂੰ? ਨਹੀਂ ਜੀ, ਸ਼ਬਦ ਤੇ ਹਸਤੀ ਜਿਹੜੀ ਆ ਦੋ ਵੱਖ-ਵੱਖ ਗੱਲਾਂ ਉਦੋਂ ਹੀ ਹੁੰਦੀਆਂ ਜਦੋਂ ਕਿਰਦਾਰ ਹੀ ਨਾ ਰਹੇ ਬੰਦੇ ਦਾ। ਕਾਹਦਾ ਜਥੇਦਾਰ ਉਹ? ਇਹ ਕਾਹਦਾ ਜਥੇਦਾਰ? ਮੈਂ ਤੁਹਾਨੂੰ ਕਹਿ ਰਿਹਾ, ਉਹਨੂੰ ਮੈਂ 50 ਵਾਰੀ ਉਲਟਾ ਬੋਲਿਆ। ਮੈਨੂੰ ਸੱਦੇ ਅਕਾਲ ਤਖਤ 'ਤੇ ਜਥੇਦਾਰਿਆਂ 'ਤੇ, ਜਥੇਦਾਰ ਸੱਦੇ ਮੈਨੂੰ ਅਕਾਲ ਤਖਤ 'ਤੇ। ਇਹ ਬਾਦਲ ਦਾ ਜਥੇਦਾਰ ਹੈ। ਬਾਦਲ ਜਿਸ ਤਰ੍ਹਾਂ ਬਣਾਉਂਦਾ ਉਸ ਤਰ੍ਹਾਂ ਹੀ ਬੋਲਦਾ। ਨਾ ਬਾਦਲ ਜਵਾਬ ਦੇ ਸਕਿਆ, ਨਾ ਇਹ ਦੇ ਸਕਦਾ। ਇਹਨਾਂ ਕੋਲ ਹੈ ਨਹੀਂ ਜਵਾਬ। ਇਹਨਾਂ ਕੌਮ ਦੀ ਮਿੱਟੀ ਰੋਲਤੀ ਰੱਖ ਕੇ। ਤੁਸੀਂ ਸਾਡੀ ਗੱਲਬਾਤ ਸੁਣੀ ਹੈ। ਸਾਡੇ ਨਾਲ ਮੌਜੂਦ ਸਨ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ। ਇੰਟਰਵਿਊ ਕਰਨ ਦਾ ਮਕਸਦ ਇਹੀ ਸੀ, ਚੋਣਾਂ ਅੱਗੇ ਜਾ ਕੇ ਹੈਗੀਆਂ ਨੇ, ਕੇਂਦਰ ਸਰਕਾਰ ਨੇ ਫੈਸਲਾ ਲੈਣਾ ਕਦੋਂ ਐਸਜੀਪੀਸੀ ਦੀਆਂ ਚੋਣਾਂ ਹੋਣਗੀਆਂ। ਦੂਸਰੇ ਪਾਸੇ ਜੋ ਇੱਕ ਕਾਨੂੰਨ ਬਣਿਆ ਸੰਨ 47 ਤੋਂ ਪਹਿਲਾਂ ਦਾ, ਜਦੋਂ ਐਸਜੀਪੀਸੀ ਹੋਂਦ ਵਿੱਚ ਆਏ ਸੀ, ਉਸ ਕਾਨੂੰਨ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਬਦਲਾਅ ਹੋਣ ਦੀ ਚਰਚਾ ਚੱਲ ਪਈ ਹੈ। ਤੀਸਰੇ ਪਾਸੇ ਸਭ ਤੋਂ ਅਹਿਮ ਸਵਾਲ ਹੈ ਕਿ ਜਥੇਦਾਰ ਜਦੋਂ ਬਿਆਨ ਦਿੰਦੇ ਨੇ, ਉਹ ਪੂਰੇ ਕੌਮ ਦੇ ਜਥੇਦਾਰ ਨੇ, ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਕਿਉਂ ਬਿਆਨ ਦਿੰਦੇ ਨੇ? ਜੇ ਸਿਆਸੀ ਬਿਆਨ ਦੇਣਾ, ਫਿਰ ਹੋਰ ਵੀ ਸੱਤਾ ਵਿੱਚ ਪਾਰਟੀਆਂ ਗਈਆਂ ਸੀ ਜੋ ਨਹੀਂ ਜਿੱਤ ਪਾਈਆਂ, ਕਿ ਉਹਨਾਂ ਨੂੰ ਲੈ ਕੇ ਵੀ ਜਥੇਦਾਰ ਸਾਹਿਬ ਬਿਆਨ ਦੇਣਗੇ। ਸਭ ਤੋਂ ਅਗਲੀ ਸਵਾਲ ਹੈ ਕਿ ਭਾਈ ਰਣਜੀਤ ਸਿੰਘ, ਜਥੇਦਾਰ ਰਣਜੀਤ ਸਿੰਘ ਦੁਬਾਰਾ ਫਿਰ ਚੋਣਾਂ ਲੜਦੇ ਨੇ ਐਸਜੀਪੀਸੀ ਦੀਆਂ, ਕਿ ਵਾਕਈ ਲੋਕ ਪ੍ਰਵਾਨ ਕਰਨਗੇ? ਸਮਾਂ ਦੱਸੂਗਾ ਆਉਣ ਵਾਲੇ ਸਮੇਂ ਵਿੱਚ ਕੀ ਹੋਊਗਾ। ਇਹ ਲੋਕਾਂ ਨੇ ਤੈਅ ਕਰਨਾ ਹੁੰਦਾ ਵੀ ਕਿਸ ਨੂੰ ਉਹ ਆਪਣਾ ਨੁਮਾਇੰਦਾ ਮੰਨਦੇ ਨੇ ਜਾਂ ਜਿਸ ਨੂੰ ਆਪਣਾ ਉਹ ਜਥੇਦਾਰ ਮੰਨਦੇ ਨੇ। ਪਰ ਇੱਕ ਸਭ ਤੋਂ ਅਹਿਮ ਸਵਾਲ ਜੋ ਇਸ ਸਮੇਂ ਬਣ ਕੇ ਰਹਿ ਗਿਆ ਕਿ ਐਸਜੀਪੀਸੀ ਉੱਪਰ ਜਾ ਕੇ ਕੋਈ ਵੀ ਵਿਅਕਤੀ ਜਥੇਦਾਰ ਬਣ ਜਾਂਦਾ ਹੈ, ਉਹ ਸੁਧਾਰ ਕੀ ਕਹੂਗਾ? ਇਹਨਾਂ ਨੇ ਆਪਣੀ ਗੱਲ ਰੱਖ ਦਿੱਤੀ ਹੈ ਕਿ ਬਾਕੀ ਜੋ ਸ਼ਖਸ ਚੋਣਾਂ ਲੜਨਗੇ ਉਹ ਆਪਣੀ ਗੱਲ ਕਿਵੇਂ ਅੱਗੇ ਲੈ ਕੇ ਜਾਣਗੇ ਜਾਂ ਕਿਵੇਂ ਕੌਮ ਅੱਗੇ ਗੱਲ ਰੱਖਣਗੇ, ਇਹ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੂਗਾ।